ਅੱਜ ਅਸੀਂ ਅੱਜ ਦੀ ਇਸ ਆਨਲਾਈਨ ਕਲਾਸ ਦੇ ਵਿੱਚ ਵਿਆਕਰਨ ਬੋਲੀ ਤੇ ਭਾਸ਼ਾ ਦੇ ਸੰਦਰਭ ਦੇ ਵਿੱਚ ਚਰਚਾ ਕਰਾਂਗੇ ਕਿ ਵਿਆਕਰਨ ਕੀ ਹੈ, ਬੋਲੀ ਕੀ ਹੈ, ਭਾਸ਼ਾ ਕੀ ਹੈ। ਸੋ ਇਸ ਸੰਬੰਧ ਵਿੱਚ ਅੱਜ ਅਸੀਂ ਆਪਣੀ ਇਸ ਆਨਲਾਈਨ ਕਲਾਸ ਦੇ ਵਿੱਚ ਆਪਾਂ ਚਰਚਾ ਕਰਾਂਗੇ। ਸਭ ਤੋਂ ਪ੍ਰਥਮ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਵਿਆਕਰਨ ਅਕਸਰ ਵਿਦਿਆਰਥੀ ਵਰਗ ਦੇ ਵਿੱਚ ਵਿਆਕਰਨ ਦਾ ਇੱਕ ਹਊਆ ਹੈ। ਵਿਆਕਰਨ ਇੱਕ ਕਲਿਸ਼ਟ ਵਿਦਿਆ ਮੰਨੀ ਜਾਂਦੀ ਹੈਗੀ ਆ। ਸੋ ਅੱਜ ਅਸੀਂ ਆਪਣੇ ਇਸ ਲੈਕਚਰ ਦੇ ਵਿੱਚ ਵਿਆਕਰਨ ਦੇ ਸੰਦਰਭ ਵਿੱਚ ਚਰਚਾ ਕਰਾਂਗੇ, ਉਹਦੀ ਪ੍ਰਿਸ਼ਠ ਭੂਮੀ ਦੇ ਸੰਬੰਧ ਵਿੱਚ ਚਰਚਾ ਕਰਾਂਗੇ, ਭਾਰਤ ਦੀ ਵਿਆਕਰਨ ਪਰੰਪਰਾ ਦੀ ਚਰਚਾ ਕਰਾਂਗੇ ਕਿ ਭਾਰਤ ਵਿੱਚ ਵਿਆਕਰਨ ਦੀ ਜਿਹੜੀ ਪਰੰਪਰਾ ਹੈਗੀ ਆ ਉਹ ਕਿਵੇਂ ਜਨਮੀ ਤੇ ਕਿਵੇਂ ਉਸ ਦਾ ਵਿਕਾਸ ਹੋਇਆ। ਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹੈਗੇ ਆ ਕਿ ਵਿਆਕਰਨ ਕੀ ਹੈ। ਸਾਨੂੰ ਅਕਸਰ ਇਹ ਗੱਲ ਦਾ ਪਤਾ ਨਹੀਂ ਹੁੰਦਾ ਕਿ ਵਿਆਕਰਨ ਕੀ ਚੀਜ਼ ਹੈ। ਵਿਆਕਰਨ ਨੂੰ ਪੜ੍ਹਨਾ ਸ਼ੁਰੂ ਕਰ ਲਿਆ ਹੈਗਾ ਅਸੀਂ, ਪਰੰਤੂ ਉਹਦੀ ਸਾਨੂੰ ਕੋਈ ਡੈਫੀਨੇਸ਼ਨ ਦਾ ਪਤਾ ਨਹੀਂ ਕਿ ਜੀ ਵਿਆਕਰਨ ਕੀ ਹੈ। ਸੋ ਸਭ ਤੋਂ ਪ੍ਰਥਮ ਜਿਹੜਾ ਹੈਗਾ ਹੈ ਅਸੀਂ ਗੱਲ ਕਰਦੇ ਹਾਂ ਕਿ ਵਿਆਕਰਨ ਕੀ ਹੈ। ਸੋ ਭਾਰਤੀ ਜਿਹੜੀ ਸਨਾਤਨੀ ਵਿਆਕਰਨ ਪਰੰਪਰਾ ਹੈ ਉਹਦੇ ਵਿੱਚ ਵਿਆਕਰਨ ਦੀ ਸਭ ਤੋਂ ਪ੍ਰਥਮ ਪਰਿਭਾਸ਼ਾ ਜਿਹੜੀ ਹੈਗੀ ਹੈ ਨਾ ਉਹ ਆਚਾਰੀਆ ਭਰਥਰੀ ਹਰੀ ਦਿੰਦੇ ਨੇ। ਆਪਣੀ ਉਹਨਾਂ ਦੀ ਵਿਆਕਰਨ ਦਾ ਨਾਮ ਹੈ ਵਾਕਿਆਪਦੀਆ। ਤੋ ਭਰਥਰੀ ਹਰੀ ਦਾ ਵਿਚਾਰ ਹੈ, ਭਰਥਰੀ ਹਰੀ ਅਨੁਸਾਰ ਵਿਆਕਰਨ ਉਹ ਵਿਦਿਆ ਹੈ, ਵਿਦਿਆ ਹੈ ਜਿਸ ਦਾ ਸੰਬੰਧ ਭਾਸ਼ਾ ਦੇ ਸਾਧੂ ਰੂਪ ਨਾਲ ਹੈ। ਵਾਕਿਆਪਦੀਆ। ਸੋ ਇਹ ਭਰਥਰੀ ਹਰੀ ਦੀ ਵਿਆਕਰਨ ਹੈ। ਇਹਦੇ 3 ਭਾਗ ਨੇ, ਪਦਕਾਂਡ, ਬ੍ਰਹਮਕਾਂਡ ਤੇ ਵਾਕਿਆਕਾਂਡ। ਇਹਦੇ ਵਿੱਚ ਇਸਨੇ ਜਿਹੜੀ ਪ੍ਰਥਮ ਵਿਆਕਰਨ ਦੀ ਪਰਿਭਾਸ਼ਾ ਕੀਤੀ ਹੈਗੀ ਆ ਕਿ ਵਿਆਕਰਨ ਕੀ ਹੈ। ਵਿਆਕਰਨ ਉਹ ਵਿਦਿਆ ਹੈ ਜਿਸ ਦਾ ਸੰਬੰਧ ਭਾਸ਼ਾ ਦੇ ਸਾਧੂ ਰੂਪ ਨਾਲ ਹੈ। ਸਾਧੂ ਸੰਸਕ੍ਰਿਤ ਦੇ ਵਿੱਚ ਬੋਲਦੇ ਨੇ ਸ਼ੁੱਧ ਨੂੰ, ਕਿ ਜਿਸ ਦਾ ਸੰਬੰਧ ਭਾਸ਼ਾ ਦੇ ਸ਼ੁੱਧ ਰੂਪ ਨਾਲ ਹੈ। ਤੋ ਡਾਕਟਰ ਬੂਟਾ ਸਿੰਘ ਬਰਾੜ ਦੇ ਅਨੁਸਾਰ ਵੀ ਉਹਨਾਂ ਦੀ ਪਰਿਭਾਸ਼ਾ ਵੀ ਇਸ ਦੇ ਨਾਲ ਕੁਝ ਮਿਲਦੀ ਜੁਲਦੀ ਹੈ। ਉਹਨਾਂ ਦਾ ਵਿਚਾਰ ਹੈ ਕਿ ਵਿਆਕਰਨ ਦਾ ਸੰਬੰਧ ਵਿਆਕਰਨ ਦੇ ਗਿਆਨ ਦਾ ਸੰਬੰਧ ਹੈਗਾ ਜਿਹੜਾ ਉਹ ਭਾਸ਼ਾ ਦੇ ਬਣਤਰ ਦੇ ਨਾਲ ਹੈ, ਭਾਸ਼ਾ ਦੇ ਨਿਯਮਾਂ ਦੇ ਨਾਲ ਹੈ। ਜੋ ਭਾਸ਼ਾ ਨੂੰ ਭਾਸ਼ਾ ਬਣਾਉਂਦੇ ਨੇ ਉਹਨਾਂ ਨਿਯਮਾਂ ਨਾਲ ਵਿਆਕਰਨ ਦਾ ਸੰਬੰਧ ਹੈ। ਸੋ ਵਿਆਕਰਨ ਹੀ ਭਾਸ਼ਾ ਦੇ ਨਿਯਮਾਂ ਨੂੰ ਨਿਰਧਾਰਿਤ ਕਰਦਾ ਹੈ। ਤੋ ਜੇਕਰ ਵਿਆਕਰਨ ਤੋਂ ਵਿਹੂਣੇ ਅਸੀਂ ਭਾਸ਼ਾ ਦੇ ਨਿਯਮ, ਵਿਆਕਰਨ ਤੋਂ ਵਿਹੂਣੀ ਭਾਸ਼ਾ ਨੂੰ ਅਸੀਂ ਵਰਤਾਂਗੇ ਤਾਂ ਭਾਸ਼ਾ ਸ਼ੁੱਧ ਨਹੀਂ ਹੋਊਗੀ। ਸਾਡੇ ਸਾਨੂੰ ਇਹਦੀ ਥਿਊਰੀ ਦਾ, ਇਹਦੇ ਸਿਧਾਂਤ ਦਾ ਪਤਾ ਨਹੀਂ ਹੁੰਦਾ। ਆਮ ਵਿਦਿਆਰਥੀ ਵਰਗ ਦੇ ਵਿੱਚ ਵੀ ਇਹ ਹੈ ਕਿ ਇਹਦੇ ਸਿਧਾਂਤ ਦਾ, ਇਹਦੀ ਥਿਊਰੀ ਦਾ ਪਤਾ ਨਹੀਂ ਹੁੰਦਾ ਗਾ। ਉਂਝ ਅਸੀਂ ਵਿਹਾਰਕ ਪੱਧਰ ਤੇ ਵਿਆਕਰਨ ਦੀ ਵਰਤੋਂ ਕਰ ਰਹੇ ਹੁੰਦੇ ਹਾਂ। ਉਦਾਹਰਨ ਵਜੋਂ ਅਸੀਂ ਕਦੇ ਕਿਸੇ ਨੇ ਇਹ ਨਹੀਂ ਕਿਹਾ ਹੋਣਾਗਾ ਕਿ ਆਹ ਦੇਖੋ ਜੀ ਮੁੰਡਾ ਬੈਠੀ ਹੈ। ਆਪਾਂ ਇਹੀ ਕਹਿੰਦੇ ਨਾ ਕਿ ਆਹ ਦੇਖੋ ਜੀ ਮੁੰਡੇ ਬੈਠੇ ਹਨ। ਤੋ ਜਾਂ ਇਹ ਕਹਿੰਦੇ ਆ ਕਿ ਆਹ ਦੇਖੋ ਜੀ ਮੁੰਡਾ ਬੈਠਾ ਹੈ। ਸੋ ਇਹ ਵਿਆਕਰਨ ਦਾ ਪੱਧਰ ਹੈ। ਵਚਨ ਦਾ ਪੱਧਰ, ਲਿੰਗ ਦਾ ਪੱਧਰ ਹੈਗਾ ਜਿਹੜਾ ਕਾਰਕ ਦੇ ਪੱਧਰ ਤੇ ਅਸੀਂ ਉਸ ਵਿਆਕਰਨ ਦੀ ਜਿਹੜੀ ਵਰਤੋਂ ਕਰ ਰਹੇ ਹੁੰਦੇ ਹਾਂ, ਕਿੰਤੂ ਸਾਨੂੰ ਉਹਦੀ ਥਿਊਰੀ ਦਾ ਪਤਾ ਨਹੀਂ ਹੁੰਦਾ ਹੈਗਾ, ਉਹਦੇ ਸਿਧਾਂਤ ਦਾ ਸਾਨੂੰ ਪਤਾ ਨਹੀਂ ਹੁੰਦਾ ਹੈ। ਤੋ
ਪ੍ਰਥਮ ਵਿਆਕਰਣ ਦੀ ਜਿਹੜੀ ਜ਼ਰੂਰਤ ਸੀ ਉਹ ਕਿਉਂ ਪਈ, ਅਸੀਂ ਇਸੇ ਸੰਦਰਭ ਦੇ ਵਿੱਚ ਚਰਚਾ ਕਰ ਰਹੇ ਹਾਂ ਕਿ ਬਹੁਤ ਹੀ ਵਾਰੀ ਇਹ ਹੁੰਦਾ ਆਮ ਕਰਕੇ। ਹੁਣ ਜੇ ਗੱਲ ਸਿੱਖ ਧਰਮ ਦੀ ਗੱਲ ਕਰੀਏ, ਹੁਣ ਦਸਮ ਗ੍ਰੰਥ ਹੈ ਜਾਂ ਬਚਿੱਤਰ ਨਾਟਕ ਹੈ, ਬਹੁਤੇ ਵਿਸ਼ੇ ਜਿਹੜੇ ਕੰਟਰੋਵਰਸੀ ਅੱਜ ਕਿਉਂ ਹੋ ਗਏ ਨੇ, ਕਿਉਂਕਿ ਸਾਨੂੰ ਬਹੁਤਿਆਂ ਦੇ ਸੰਦਰਭ ਦੇ ਵਿੱਚ ਵਿਆਕਰਣ ਦਾ ਪਤਾ ਨਹੀਂ ਹੈ। ਉਦਾਹਰਨ ਵਜੋਂ ਹੁਣ ਤੁਸੀਂ ਦੇਖੋ ਕਿ ਗੁਰੂ ਗੋਬਿੰਦ ਸਿੰਘ ਦਾ ਬਚਿੱਤਰ ਨਾਟਕ ਹੈ, ਉਹਦੇ ਵਿੱਚ ਜਦੋਂ ਆਪਣੀ ਕਥਾ ਦਾ ਆਰੰਭ ਕਰਦੇ ਨੇ, अब मैं अपनी कथा बखानू तप सादत जह बिद मोहन, तो हेमकुंट पर्वत है जहाँ सप्त श्रृंग शोभत है तहाँ, ते हम अदक तपस्या साधी महाकाल काल का आराधी। तो हुण इत्थे एक गल आउंदी हैगी आ, गुरु जी कहंदे ने कि महाकाल महाकाल काल का आराधी आराधी। ਹੁਣ ਜਦੋਂ ਅਸੀਂ ਇਹਦੇ ਅਭਿਧਾਰਥ ਕਰਦੇ ਹੈਗੇ ਆ, ਸਾਨੂੰ ਵਿਆਕਰਣ ਦਾ ਸਿਧਾਂਤ ਦਾ ਨਹੀਂ ਪਤਾ ਹੈ ਇੱਥੇ, ਕਿਉਂਕਿ ਹਰੇਕ ਚੀਜ਼ ਜਿਵੇਂ ਇੱਕ ਕਹਾਵਤ ਹੈ ਨਾ ਕਿ ਹਰੇਕ ਚਮਕਦੀ ਚੀਜ਼ ਜਿਹੜੀ ਹੁੰਦੀ ਉਹ ਸੋਨਾ ਨਹੀਂ ਹੁੰਦੀ, ਔਰ ਹਰੇਕ ਜਿਹੜੇ ਈ ਅੰਤਕ ਇਸਤਰੀ ਲਿੰਗ ਨਹੀਂ ਬਣਦੇ ਹੁੰਦੇ, ਈ ਅੰਤਕ ਸ਼ਬਦ ਹਮੇਸ਼ਾ ਇਸਤਰੀ ਲਿੰਗ ਨਹੀਂ ਹੁੰਦੇਗੇ। ਤਾਂ ਉਹਨਾਂ ਨੇ ਇੱਥੇ ਲਿਖਿਆ, ਇੱਥੇ ਦੋ ਤਰ੍ਹਾਂ ਦੇ ਨਾਲ ਅਸੀਂ ਇਹਨੂੰ ਅਧਿਐਨ ਕਰ ਸਕਦੇ ਹਾਂ। ਉਹ ਲਿਖਦੇ ਨੇ ਮਹਾਕਾਲ ਕਾਲ ਕਾ ਆਰਾਧੀ। तो आम करके बहुते टीकियां दे विच ये लिखा गया है कि गुरु गोबिंद सिंह कहते हैं कि जी मैं उत्थे बैठ के जिहड़ा सीगा हेमकुंट पर्वत सीगा उहदे ते बैठ के मैं जिहड़ी हैगी आ कालका देवी दी आराधना कीती। तो अगों एक होर उन्होंने अगे कहा हैगा कि मैं इतनी तपस्या कीती, मैं इतनी उत्थे गुरु साहब कहते हैं कि मैं तपस्या कीती, दवै ते एक रूप होए गए। हुण दवै पाठ उत्थे दवै आउंदा हैगा, दवै जिहड़ा हैगा दवै आउंदा है, दवै। हुण दवै एक तो महाकाल, एक गुरु गोबिंद सिंह, एक कालका, तो जे ये हुंदा तो फिर पाठ जिहड़ा सीगा वो त्रै आ जाना सीगा, दवै नहीं सी आउणा। तो प्रॉब्लम कित्थे आउंदी हैगी है सानूं समझण दे विच, प्रॉब्लम आउंदी जे इत्थे की करदे हैगे असीं इहनूं इस्त्री लिंग ही समझ लिया है। इहनूं की समझ लिया असीं, इलिंग, इलिंग जां इस्त्री लिंग। आचार्य पाणिनी ने अपने व्याकरण दे विच इस्त्री प्रत्यां दे अधीन 3 प्रकार दे इस्त्री लिंग दस्से ने। एक नूं ओ टाप कहंदा है, टाप, ङीप ते ङीश। ये 3 प्रकार दे जिहड़े इन्हां नूं उहने इस्त्री प्रत्यय कहा है, इस्त्री प्रत्यय। प्रत्यय हुंदे ने पिछेतर, पिछेतर प्रत्यय तो भाव है पिछेतर। तो हुण इत्थे जदों इत्थे लिख लिया कि आराधी, हुण जदों आराधी तुसीं असीं पढ़दे हैगे आ ते ई अंतक दे नाल असीं ये समझ लैंदे आ, अभिधा अर्थ सानूं ये प्राप्त हो जांदे ने कि जिहड़े महाकाल कालका आराधी, तो कालका देवी दी उन्होंने आराधना की, जिहड़े कि अर्थ गलत ने। हुण तुसीं देखो कि तुसी बोलते हो जोगी, जोगी जो योग साधना करता है वो जोगी, जो दान करता है वो दानी, जो अभिमान करता है किसी चीज़ का अहंकार है अहंकारी है उन्होंने कहने ने अभिमानी, जो राह तुरया जा रहा है रस्ते जा रहा है उन्होंने कहते हैं जी असी राही। हुण तुसी सोचो, तुसी विचारो इस संदर्भ दे विच कि ई अंतक ला के ये सारे स्त्रीलिंग बन गए ना, कि ये सारे स्त्रीलिंग बन गए ना, जोगी, दानी, अभिमानी, राही, पांधी, होर भी कई इहो जिहे हैगे ने। तो भाई गुरदास लिखते हैं लोटा जोगी लिया छुपाई। हुण छुपाई है जोगी है तो दोने की जो वो स्त्रीलिंग बन जूगा, नहीं एवें नहीं है। तो पाणिनी का सिद्धांत है कि जिहड़े ङीप वाले हुंदे ने वो ई अंतक भी बहुती वारी जिहड़े हैगे ने वो पुलिंग ही हुंदे ने। जिवें जो जोग कमाउंदा जोगी, जो दान करदा है दानी, जो मान करदा अभिमानी, जो राह तुरया जा रहा राही। सो इस प्रकार जिसकी आराधना की जाती है, जिसकी सेव की जाती है, जिसकी भगती की जाती है, तो उसनूं कहंदे ने आराधी। तो इहदा अर्थ ये आउणा सीगा कि महाकाल, जो काल दा भी महाकाल है। आ देखो काल का इत्थे जिहड़ा हैगा ये पद छेद होया है,
ਇਹਦੇ ਵਿਚਕਾਰ ਪਦਛੇਦ ਹੈ ਇਹਨਾਂ ਦੇ ਵਿਚਕਾਰ ਦੋ ਵਰਡਸ ਦੇ ਵਿੱਚ। ਮਹਾਕਾਲ ਕਾਲਕਾ, ਜਿਹੜੇ ਕਾਲ ਦਾ ਵੀ ਮਹਾਕਾਲ ਹੈ, ਉਸ ਸਮੇਂ ਉਹ ਮੇਰਾ ਅਰਾਧੀ ਸੀ। ਸੋ ਇਹੋ ਜਿਹੀਆਂ ਵਿਆਕਰਨਿਕ ਜਦੋਂ ਗਲਤੀਆਂ ਹੁੰਦੀਆਂ ਨੇ ਪਾਠ ਦੇ ਵਿੱਚ, ਕਿਸੇ ਟੈਕਸਟ ਦੇ ਵਿੱਚ, ਤੇ ਉਦੋਂ ਉਹਦੇ ਅਰਥਾਂ ਦਾ ਅਨਰਥ ਮਾਰਿਆ ਜਾਂਦਾ ਹੈ। ਤਾਂ ਅਕਸਰ ਅਸੀਂ ਇਹ ਕਰਦੇ ਹਾਂ। ਜਿਵੇਂ ਟਾਪ ਦੀ ਗੱਲ ਕਰੀਏ, ਹੁਣ ਜੇ ਆਪਾਂ ਸਾਰੇ ਹੀ ਅੰਤਕ ਇਸਤਰੀ ਲਿੰਗ ਮੰਨੀਏ, ਤੇ ਕੀ ਤੁਸੀਂ ਸੇਵਕ ਤੋਂ ਜੇ ਇਸਤਰੀ ਲਿੰਗ ਬਣਾਓਗੇ, ਕੀ ਉਹ ਸੇਵਕ ਹੀ ਬਣੂਗਾ? ਜੇ ਬਾਲਕ ਤੋਂ ਬਣਾਓਗੇ ਤਾਂ ਕੀ ਇਹ ਬਾਲਕ ਹੀ ਬਣੂਗਾ? ਨਹੀਂ, ਇਹ ਇਸਤਰੀ ਲਿੰਗ ਨਹੀਂ ਬਣੂਗਾ। ਸੇਵਕ ਤੋਂ ਕੀ ਬਣੂਗਾ? ਸੇਵਕਾ। ਇਹ ਜਿਹੜਾ ਇਹ ਗਲਤ ਹੈ, ਸੇਵਕਾ, ਇਹ ਤੋਂ ਬਣੂਗਾ ਬਾਲਿਕਾ। ਤੋ ਇੱਥੇ ਜਿਹੜੀ ਪਾਣਨੀ ਦੇ ਟਾਪ ਦਾ ਸਿਧਾਂਤ ਹੈ, ਆ ਦੀ ਥਿਊਰੀ ਇੱਥੇ ਕੰਮ ਕਰਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ, ਇਹਨਾਂ ਗੱਲਾਂ ਦਾ ਜਿਹੜਾ ਅਧਿਐਨ ਕਰਦਾ ਹੈਗਾ, ਇਸ ਪ੍ਰਕਾਰ ਦੇ ਜਿਹੜੇ ਹੈਗੇ ਨੇ ਸਿਧਾਂਤਾਂ ਦਾ ਅਧਿਐਨ ਕਰਦਾ ਹੈਗਾ, ਤਾਂ ਉਹ ਵਿਆਕਰਣ ਹੈ। ਵਿਆਕਰਣ ਦੀ ਪਰਖ ਤੇ ਹੀ ਅਸੀਂ ਕਿਸੇ ਭਾਸ਼ਾ ਦਾ ਅਧਿਐਨ ਕਰ ਸਕਦੇ ਹਾਂ, ਅਦਰਵਾਈਜ਼ ਅਸੀਂ ਉਸ ਪੱਧਰ ਦੇ ਉਹਦੇ ਅਰਥਾਂ ਨੂੰ ਗ੍ਰਹਿਣ ਨਹੀਂ ਕਰਾਂਗੇ। ਤੋ ਵਿਆਕਰਣ ਦੀ ਸ਼ੁਰੂਆਤ ਦੀ ਗੱਲ ਕਰੀਏ, ਇਹ ਤੇ ਅਸੀਂ ਵਿਆਕਰਣ ਦੀ ਜਿਹੜੀ ਪ੍ਰਕਿਰਤੀ ਸੀਗੀ, ਵਿਆਕਰਣ ਦੀ ਜ਼ਰੂਰਤ ਕਿਉਂ ਸੀਗੀ, ਉਸ ਸੰਦਰਭ 'ਚ ਗੱਲ ਕੀਤੀ ਹੈਗੀ ਕਿ ਵਿਆਕਰਣ ਕੀ ਹੈ, ਵਿਆਕਰਣ ਦੇ ਨਾਲ ਕਿਵੇਂ ਅਰਥਾਂ ਦਾ ਅਨਰਥ ਹੋ ਜਾਂਦਾ ਹੈਗਾ, ਤੋ ਜੇ ਉਹਦੀ ਪ੍ਰੋਪਰ ਸਹੀ ਢੰਗ ਨਾਲ ਉਹਦੀ ਵਰਤੋਂ ਨਾ ਕੀਤੀ ਜਾਵੇ। ਤੋ ਉਦੋਂ ਬਾਅਦ ਦੇ ਵਿੱਚ ਵਿਆਕਰਣ ਦੀ ਜਿਹੜੀ ਸ਼ੁਰੂਆਤ ਹੈ, ਵਿਆਕਰਣ ਦੀ ਭਾਰਤ ਦੀ ਗੱਲ ਕਰੀਏ, ਹਿੰਦੁਸਤਾਨ ਦੀ ਗੱਲ ਕਰੀਏ, ਸਾਡੀ ਸਨਾਤਨੀ ਵਿਆਕਰਣ ਪਰੰਪਰਾ ਦੀ ਗੱਲ ਕਰੀਏ, ਤੇ ਭਾਰਤ ਦੇ ਵਿੱਚ ਜਿਹੜਾ ਹੈਗਾ ਹੈ ਵਿਆਕਰਣ ਦਾ ਆਰੰਭ ਹੈਗਾ ਜਿਹੜਾ, ਉਹ ਵੈਦਿਕ ਅਧਿਐਨ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਸੋ ਵੇਦ ਜਿਹੜੇ ਹੈਗੇ ਨੇ, ਵੇਦ ਸਮਸਤ ਵਿਦਿਆਵਾਂ, ਸਮਸਤ ਜਿਹੜੀਆਂ ਵਿਦਿਆਵਾਂ ਹੈਗੀਆਂ ਨੇ, ਗਿਆਨ ਖੇਤਰ ਹੈ, ਜਿੰਨੇ ਵੀ ਗਿਆਨ ਖੇਤਰ ਹੈਗੇ ਨੇ, ਉਹਨਾਂ ਦਾ ਜਿਹੜੇ ਵੇਦ ਨੇ ਉਹ ਆਦਿ ਬਿੰਦੂ ਮੰਨੇ ਜਾਂਦੇ ਨੇ। ਇਸ ਗੱਲ ਦੀ ਪੁਸ਼ਟੀ ਮੈਕਸ ਮੂਲਰ, ਮੋਨੀਅਰ ਵਿਲੀਅਮ ਔਰ ਗੋਲਡ ਸਟੂਕਰ ਵਰਗੇ ਵਿਦਵਾਨ ਵੀ ਜਿਹੜੇ ਪੱਛਮੀ ਭਾਸ਼ਾਵਿਦ ਨੇ ਉਹ ਕਰ ਚੁੱਕੇ ਨੇ, ਵਿਦਵਾਨ ਕਰ ਚੁੱਕੇ ਨੇ। ਤੋ ਵੇਦ ਜਿਹੜੇ ਹੈਗੇ ਨੇ ਉਹ ਹਰੇਕ ਵਿਦਿਆ ਦਾ ਆਰੰਭ ਮੰਨੇ ਜਾਂਦੇ ਨੇ, ਵੇਦਾਂ ਤੋਂ ਹੀ ਹਰੇਕ ਵਿਦਿਆ ਦਾ ਆਰੰਭ ਮੰਨਿਆ ਗਿਆ ਹੈ। ਤੋ ਉਸ ਸਮੇਂ ਕੀ ਸੀਗਾ ਕਿ ਵੇਦਾਂ ਦਾ ਪਾਠ ਪਠਨ ਜਦੋਂ ਕੀਤਾ ਜਾਂਦਾ ਸੀਗਾ, ਉਦੋਂ ਪਾਠ ਕਰਦੇ ਸਮੇਂ ਅਨੇਕ ਪ੍ਰਕਾਰ ਦੀਆਂ ਉਹਨਾਂ ਦੇ ਵਿੱਚ ਆਚਾਰੀਆ ਨੇ ਦੇਖਿਆ ਕਿ ਤਰੁੱਟੀਆਂ ਪਾਈਆਂ ਜਾਂਦੀਆਂ ਸੀਗੀਆਂ। ਤੋ ਸਾਡੇ ਜਿਹੜਾ ਸ਼ਬਦ ਨੂੰ ਬ੍ਰਹਮ ਮੰਨਿਆ ਜਾਂਦਾ ਹੈਗਾ, ਸਾਡੇ ਸਿੱਖ ਧਰਮ ਵਿੱਚ ਵੀ, ਹਿੰਦੂ ਧਰਮ ਵਿੱਚ ਵੀ ਔਰ ਇਸਲਾਮ ਵਿੱਚ ਵੀ ਜਿਹੜੀ ਸ਼ਬਦ ਦੀ ਬੜੀ ਅਹਿਮੀਅਤ ਹੈ। ਤੋ ਸ਼ਬਦ ਨੂੰ ਬ੍ਰਹਮ ਮੰਨਿਆ ਜਾਂਦਾ ਹੈ, ਬ੍ਰਹਮ ਦਾ ਦਰਜਾ ਦਿੱਤਾ ਜਾਂਦਾ ਹੈ, ਸ਼ਬਦ ਬ੍ਰਹਮ ਦਾ ਲਖਾਇਕ ਹੈ। ਤੋ ਸ਼ਬਦ ਨੂੰ ਫਿਰ ਗਲਤ ਕਿਵੇਂ ਉਚਾਰਿਆ ਜਾ ਸਕਦਾ ਸੀ ਜੇ ਉਹ ਬ੍ਰਹਮ ਹੈ, ਜਿੱਥੋਂ ਬ੍ਰਹਮ ਦੀ ਅਨੁਭੂਤੀ ਹੁੰਦੀ ਹੈ। ਤੋ ਇਸ ਨੂੰ ਧਿਆਨ ਹਿੱਤ ਰੱਖਦੇ ਹੋਏ ਉਸ ਸਮੇਂ ਦੇ ਆਚਾਰੀਆ ਨੇ ਫਿਰ ਵਿਆਕਰਨ ਜਿਹੜਾ ਸੀਗਾ ਉਹ ਲਿਖਣ ਦਾ ਜਿਹੜਾ ਬੀੜਾ ਚੁੱਕਿਆ, ਵਿਆਕਰਨ ਲਿਖਣੇ ਜਿਹੜੇ ਸੀਗੇ ਉਹ ਆਰੰਭ ਕੀਤੇ। ਤੋ ਪ੍ਰਥਮ ਜਿਹੜੇ ਸੀਗੇ ਉਹ ਵੇਦਾਂ ਦੇ ਵਿਆਕਰਨ ਲਿਖੇ ਗਏ। ਤੋ ਜਿਹੜੇ ਵੇਦਾਂ ਦੇ ਵਿਆਕਰਨ ਸੀਗੇ ਨਾ, ਵੇਦਾਂ ਦੇ ਵਿਆਕਰਨ, ਸੋ ਵੇਦਾਂ ਦੇ ਵਿਆਕਰਨ ਸੀ ਜਿਹੜੇ, ਉਹ ਸੀ ਰਿਕ ਤੰਤਰ, ਰਿਕ ਤੰਤਰ, ਕਾ ਤੰਤਰ ਤੇ ਪ੍ਰਾਤੀ ਸ਼ਾਖਾਵਾਂ। ਇਹ ਵੈਦਿਕ ਵਿਆਕਰਨ ਸਨ, ਰਿਕ ਤੰਤਰ, ਕਾ ਤੰਤਰ ਤੇ ਪ੍ਰਾਤੀ ਸ਼ਾਖਾਵਾਂ। ਕਿਉਂਕਿ ਜਦੋਂ ਵੇਦਾਂ ਨੂੰ ਐਕਸਪਲੇਨ ਕੀਤਾ ਜਾਣ ਲੱਗ ਪਿਆ, ਵੇਦਾਂ ਤੇ ਭਾਸ਼ਾ ਲਿਖੇ ਜਾਣ ਲੱਗ ਪਏ, ਵੇਦਾਂਗ ਬਣ ਗਏ। 6 ਵੇਦਾਂਗ ਨੇ, ਜਿਨ੍ਹਾਂ ਦੇ ਵਿੱਚ ਹੈ ਵਿਆਕਰਣ, ਕਲਪ, ਨਿਰੁਕਤ,
ਛੰਦ, ਸਿੱਖਿਆ ਤੇ ਜੋਤਿਸ਼, ਇਹਨਾਂ ਨੂੰ ਵਿਦਾਂਗ ਆਖਿਆ ਜਾਂਦਾ ਹੈ। ਇਹਨਾਂ ਨੂੰ ਵਿਦਾਂਗ ਕਹਿੰਦੇ ਨੇ। ਇਹਨਾਂ ਦੇ ਵਿੱਚੋਂ ਜਿਹੜਾ ਵਿਆਕਰਣ ਹੈ, ਨਿਰੁਕਤ ਹੈ ਔਰ ਸਿੱਖਿਆ ਹੈ, ਇਹਨਾਂ ਤਿੰਨਾਂ ਦਾ ਸੰਬੰਧ ਜਿਹੜਾ ਹੈਗਾ ਹੈ ਉਹ ਭਾਸ਼ਾ ਦੇ ਨਾਲ ਜੁੜਦਾ ਹੈ। ਸੋ ਭਾਸ਼ਾ ਦੇ ਨਾਲ ਇਹਨਾਂ ਦਾ ਸੰਬੰਧ ਜੁੜ ਜਾਂਦਾ ਹੈਗਾ। ਤੋ ਵਿਆਕਰਣ ਦਾ ਸੰਬੰਧ ਤੇ ਅਸੀਂ ਜਾਣ ਹੀ ਚੁੱਕੇ ਹਾਂ। ਨਿਰੁਕਤ ਦਾ ਜਿਹੜਾ ਸੰਬੰਧ ਸੀਗਾ, ਨਿਰੁਕਤ ਭਾਸ਼ਾ ਦੇ ਸ਼ਬਦਾਂ ਦੀ ਜਿਹੜੀ ਗੱਲ, ਉਹਦੇ ਗੂੜ ਅਰਥਾਂ ਦੀ ਗੱਲ ਕੀਤੀ ਗਈ ਸੀ। ਵੈਦਿਕ ਦੇ ਗੂੜ ਅਰਥਾਂ ਨੂੰ ਲੈ ਕੇ ਯਾਸਕ ਵਰਗੇ ਆਚਾਰੀਆਂ ਨੇ ਨਿਘੰਟੂ ਲਿਖੇ ਸੀਗੇ। ਤੋ ਨਿਘੰਟੂ ਉਸ ਸਮੇਂ ਦੀਆਂ ਡਿਕਸ਼ਨਰੀਆਂ ਹੁੰਦੀਆਂ ਸੀਗੀਆਂ। ਤੋ ਨਿਰੁਕਤ ਵੀ ਉਹਨੂੰ ਆਖਿਆ ਜਾਂਦਾ ਸੀਗਾ। ਤੋ ਉਹਦਾ ਸੰਬੰਧ ਵੀ ਭਾਸ਼ਾ ਦੇ ਨਾਲ ਸੀ, ਭਾਸ਼ਾ ਦੇ ਅਰਥਾਂ ਦੇ ਨਾਲ ਸੀਗਾ, ਅਰਥ ਪੱਧਰ ਦੀ ਗੱਲ ਹੁੰਦੀ ਸੀ। ਔਰ ਇਹਦੇ ਵਿੱਚੋਂ ਸਿੱਖਿਆ ਸੀਗੀ, ਜਿਹੜੀ ਸਿੱਖਿਆ ਦਾ ਸੰਬੰਧ ਜਿਹੜਾ ਸੀਗਾ ਉਹ ਧੁਨੀ ਨਾਲ ਸੀ। ਫੋਨੋਲੋਜੀਕਲ ਜਿਹੜਾ ਐਨਾਲਿਸਿਸ ਸੀਗਾ ਲੈਂਗੁਏਜ ਦਾ, ਉਹ ਸਿੱਖਿਆ ਦੇ ਅਕੋਰਡਿੰਗ, ਸਿੱਖਿਆ ਤੇ ਆਧਾਰ ਦੇ ਉੱਪਰ ਹੀ ਕੀਤਾ ਜਾਂਦਾ ਸੀਗਾ। ਸੋ ਇੱਕ ਗੱਲ ਕਲੀਅਰ ਹੈ ਕਿ ਵੈਦਿਕ ਸਮੇਂ ਜਿਹੜਾ ਸੀਗਾ ਉਹ ਵਿਆਕਰਨਿਕ ਪੱਧਰ ਤੇ ਭਾਸ਼ਾ ਦਾ ਅਧਿਐਨ ਹੋਣਾ ਸ਼ੁਰੂ ਹੋ ਗਿਆ ਸੀਗਾ। ਤੋ ਜਿਵੇਂ ਅਸੀਂ ਲਿਖੇ ਹੈਗੇ ਨੇ, ਇਹ ਤਿੰਨ ਤਰ੍ਹਾਂ ਦੇ ਵਿਆਕਰਨ ਸੀਗੇ ਜਿਹੜੇ ਉਹ ਵੇਦਾਂ ਦੀ ਅਧਿਐਨ ਕਰਦੇ ਸੀਗੇ। ਇਹਨਾਂ ਦਾ ਸੰਬੰਧ ਅਲੱਗ-ਅਲੱਗ ਕ੍ਰਿਸ਼ਨ ਪੱਖ, ਸ਼ੁਕਲ ਪੱਖ ਵੇਦਾਂ ਦੇ ਭਾਗਾਂ ਦੇ ਨਾਲ ਹੈਗਾ। ਇਹਨਾਂ ਤਿੰਨਾਂ ਵਿਆਕਰਨਾਂ ਦਾ ਜਿਹੜਾ ਸੰਬੰਧ ਹੈਗਾ ਵਾ। ਤੋ ਇਸ ਤੋਂ ਬਿਨਾਂ ਇਹ ਤਾਂ ਸੀਗੇ ਵੈਦਿਕ ਵਿਆਕਰਨ, ਵੇਦਾਂ ਦੀ ਭਾਸ਼ਾ ਦੇ ਵਿਆਕਰਨ ਸੀਗੇ, ਵੈਦਿਕ ਵਿਆਕਰਨ ਸੀ, ਵਿਆਕਰਨ ਸੀ। ਤੋ ਇਹਨਾਂ ਨੂੰ ਵੈਦਿਕ ਵਿਆਕਰਨ ਕਿਹਾ ਜਾਂਦਾ ਸੀ। ਇਹਦਾ ਸੰਬੰਧ, ਇਹਨਾਂ ਤਿੰਨਾਂ ਵਿਆਕਰਨਾਂ ਦਾ ਸੰਬੰਧ ਆਮ ਲੌਕਿਕ ਬੋਲੀ ਦੇ ਨਾਲ ਕਦਾਚਿਤ ਨਹੀਂ ਸੀਗਾ। ਹੁਣ ਉਦਾਹਰਨ ਦੇ ਵਜੋਂ ਜੇ ਆਪਾਂ ਹੁਣ ਦੀ ਗੱਲ ਕਰੀਏ, ਫੋਰ ਐਗਜ਼ਾਮਪਲ ਹੁਣ ਪੰਜਾਬੀ ਭਾਸ਼ਾ ਹੈ, ਪੰਜਾਬੀ ਭਾਸ਼ਾ ਦੇ ਤੁਸੀਂ ਅੱਜ ਵਿਆਕਰਨ ਪੜ੍ਹਦੇ ਹੋ, ਤੋ ਉਹਦੇ ਸਮਵਿਤ ਗੁਰਬਾਣੀ ਦੇ ਵਿਆਕਰਨ ਵੀ ਨੇ। ਡਾਕਟਰ ਹਰਕੀਰਤ ਸਿੰਘ ਦਾ ਵਿਆਕਰਨ ਹੈਗਾ ਵਾ, ਪ੍ਰੋਫੈਸਰ ਸਾਹਿਬ ਸਿੰਘ ਦਾ ਵਿਆਕਰਨ ਹੈਗਾ ਵਾ, ਭਾਈ ਜੋਗਿੰਦਰ ਸਿੰਘ ਤਲਵਾੜੇ ਦਾ ਵਿਆਕਰਨ ਹੈਗਾ, ਗੁਰਬਾਣੀ ਦਾ ਵਿਆਕਰਨ। ਕੀ ਸਾਨੂੰ ਸਾਡੀ ਅਜੋਕੀ ਪੰਜਾਬੀ ਦੇ ਵਿੱਚ ਉਹਨਾਂ ਤਿੰਨਾਂ ਵਿਆਕਰਨਾਂ ਦੀ ਕਿੰਨੀ ਕੁ ਜ਼ਰੂਰਤ ਪੈਂਦੀ ਹੈਗੀ ਹੈ? ਬਿਲਕੁਲ ਉਹਨਾਂ ਦਾ ਅਸੀਂ, ਜੇ ਹਾਂ ਗੁਰਮਤਿ ਦੀ ਭਾਸ਼ਾ ਦਾ ਅਧਿਐਨ ਕਰਨਾ ਤਾਂ ਉਸ ਸਮੇਂ ਉਹਨਾਂ ਦੀ ਸਾਨੂੰ ਜ਼ਰੂਰਤ ਪਊਗੀ। ਪਰ ਸਾਨੂੰ ਬੋਲਚਾਲ ਦੀ ਭਾਸ਼ਾ ਦੇ ਵਿੱਚ, ਆਮ ਪੰਜਾਬੀ ਦੇ ਵਿੱਚ, ਮਾਝੀ ਹੋਵੇ ਭਾਵੇਂ ਮਲਵਈ ਹੋਵੇ ਜਾਂ ਪੋਠੋਹਾਰੀ, ਤੁਸੀਂ ਕਿਸੇ ਵੀ ਖਿੱਤੇ ਨਾਲ ਸੰਬੰਧ ਰੱਖਦੇ ਹੋ, ਤੁਹਾਨੂੰ ਤੁਹਾਡੀ ਭਾਸ਼ਾ ਦੇ ਅਧਿਐਨ ਦੇ ਵਿੱਚ ਉਹਨਾਂ ਵਿਆਕਰਨਾਂ ਦੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਆਪਣੀ ਭਾਸ਼ਾ ਦਾ ਵਿਆਕਰਨ ਪੜ੍ਹੋਗੇ। ਉਹੀ ਸਿਸਟਮ ਇਹ ਸੀਗਾ। ਤੋ ਆਚਾਰੀਆ ਨੇ ਕੀ ਕੀਤਾ ਕਿ ਵੇਦਾਂ ਦੇ ਵਿਆਕਰਨ ਲਿਖੇ ਜਿਹਦਾ ਸੰਬੰਧ ਵੈਦਿਕ ਭਾਸ਼ਾ ਨਾਲ ਸੀ। ਇੱਕ ਹੋਰ ਗੱਲ ਇੱਥੇ ਜਿਹੜੀ ਹੈਗੀ ਯਾਦ ਰੱਖਣ ਯੋਗ ਹੈਗੀ ਹੈ ਕਿ ਜਿਹੜੀ ਵੈਦਿਕ ਭਾਸ਼ਾ ਹੈ ਔਰ ਸੰਸਕ੍ਰਿਤ ਭਾਸ਼ਾ ਹੈ, ਇਹਨਾਂ ਦੇ ਵਿਚਕਾਰ ਕਾਫੀ ਅੰਤਰ ਹੈ। ਵੈਦਿਕ ਵੇਦਾਂ ਦੀ ਭਾਸ਼ਾ ਹੈ, ਗੂੜ ਸੰਸਕ੍ਰਿਤ ਹੈ, ਔਰ ਲੌਕਿਕ ਆਮ ਉਸ ਵੇਲੇ ਦੀ ਬੋਲ ਚਾਲੀ ਭਾਸ਼ਾ ਸੀਗੀ। ਤੋ ਉਸ ਦੇ ਸਮਵਿਤ ਫਿਰ ਕੀ ਹੋਇਆ ਕਿ ਭਾਰਤ ਵਿੱਚ ਲੌਕਿਕ ਭਾਸ਼ਾ ਦੇ ਵਿਆਕਰਨ ਲਿਖਣ ਵਾਸਤੇ, ਲੌਕਿਕ ਭਾਸ਼ਾ ਇਹਦੇ ਵਿਆਕਰਨ ਲਿਖਣ ਵਾਸਤੇ ਸੀਗਾ ਜਿਹੜਾ ਫਿਰ ਅਧਿਐਨ ਹੋਣਾ ਸ਼ੁਰੂ ਹੋ ਗਿਆ। ਲੌਕਿਕ ਭਾਸ਼ਾ ਸੀ ਜਿਹੜੀ ਆਮ ਸਾਡੀ ਭਾਸ਼ਾ, ਸਾਡੀ ਤੁਹਾਡੀ ਭਾਸ਼ਾ ਹੈਗੀ ਹੈ ਜਿਹੜੀ, ਉਹ ਭਾਸ਼ਾ ਸੀਗੀ। ਵੇਦਾਂ ਦੀ ਭਾਸ਼ਾ ਤੇ ਵੈਦਿਕ ਸੀ, ਆਮ ਲੋਕਾਂ ਦੀ ਭਾਸ਼ਾ ਲੌਕਿਕ ਸੀਗੀ। ਤੋ ਉਸ ਵੇਲੇ ਫਿਰ ਲੌਕਿਕ ਭਾਸ਼ਾ ਜਿਹੜਾ ਸੀਗਾ ਲਿਖਿਆ ਜਾਣ, ਇਹਦੇ ਵਿਆਕਰਨ ਲਿਖੇ ਜਾਣੇ ਜਿਹੜੇ ਸੀਗੇ ਆਰੰਭ ਹੋ ਗਏ ਔਰ ਬੜੀ ਵੱਡੀ ਪੱਧਰ ਤੇ ਜਿਹੜਾ ਸੀਗਾ ਕੰਮ ਹੋਇਆ ਉਹ ਉਸ ਸਮੇਂ ਦੇ ਵਿੱਚ। ਤੋ ਭਾਰਤ ਵਿੱਚ ਇਸ ਦੀਆਂ ਦੋ ਸੰਪਰਦਾਵਾਂ ਚੱਲੀਆਂ ਨੇ ਵਿਆਕਰਨ ਲਿਖਣ ਦੀਆਂ। ਲੌਕਿਕ ਭਾਸ਼ਾ ਦੇ ਵਿਆਕਰਨ ਲਿਖਣ ਦੀਆਂ ਦੋ ਸੰਪਰਦਾਵਾਂ ਨੇ, ਸੰਪਰਦਾਵਾਂ। ਪ੍ਰਥਮ ਤੇ ਹੈ ਇੰਦਰ ਸੰਪਰਦਾ, ਇੰਦਰ ਵਿਆਕਰਨ ਸੰਪਰਦਾਇ, ਔਰ ਦੂਸਰੀ ਜਿਹੜੀ ਹੈਗੀ ਆ ਉਹ ਹੈ ਦੂਜੀ ਸੰਪਰਦਾ ਜਿਹੜੀ ਹੈਗੀ ਆ ਉਹ ਮਹੇਸ਼ਵਰ ਵਿਆਕਰਨ ਸੰਪਰਦਾਇ। ਇਹ ਦੋ ਸੰਪਰਦਾਵਾਂ ਚੱਲੀਆਂ। ਔਰ ਇੱਕ ਹੋਰ ਵੀ ਬੜੀ
ਅਹਿਮ ਗੱਲ ਹੈਗੀ ਹੈ, ਯਾਦ ਰੱਖਣਯੋਗ ਹੈ ਜਿਹੜੀ, ਜਿੰਨਾ ਵਿਆਕਰਨ ਦਾ ਗ੍ਰਾਮੈਟੀਕਲ ਸਟੱਡੀ ਇੰਡੀਆ ਦੇ ਵਿੱਚ ਹੋਈ ਹੈ, ਭਾਰਤ ਦੇ ਵਿੱਚ ਹੋਈ ਹੈ, ਉਨੀ ਤੁਸੀਂ ਤੁਹਾਨੂੰ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਵਿੱਚ, ਕਿਸੇ ਹੋਰ ਮੁਲਕ ਦੇ ਵਿੱਚ, ਕਿਸੇ ਹੋਰ ਸਭਿਅਤਾ ਦੇ ਵਿੱਚ ਉਤਨੀ ਸਟੱਡੀ ਜਿਹੜੀ ਹੈ ਉਹ ਨਹੀਂ ਹੋ ਸਕੀ। ਕਿਧਰੇ ਵੀ ਇਤਨੇ ਵਿਆਕਰਨ ਨਹੀਂ ਕਿਸੇ ਭਾਸ਼ਾ ਦੇ ਮਿਲਦੇ ਜਿੰਨੇ ਹਿੰਦੁਸਤਾਨ ਦੇ ਵਿੱਚ ਵਿਆਕਰਨ ਲਿਖੇ ਗਏ ਨੇ। ਔਰ ਜਿਹੜੀ ਇੰਦਰ ਸੰਪਰਦਾਇ ਹੈ, ਔਰ ਇੰਦਰ ਸੰਪਰਦਾਇ ਇੱਕ ਹੋਰ ਇਹਦੇ ਵਿੱਚ ਅਹਿਮ ਗੱਲ ਜਿਹੜੀ ਹੈਗੀ ਆ, ਤਾਂ ਇੰਦਰ ਸੰਪਰਦਾਇ ਦੇ ਜਿਹੜੇ ਬੰਦੇ ਸੀਗੇ ਉਹ ਕਾਰਿਕਾ ਸ਼ੈਲੀ ਦੇ ਵਿੱਚ ਵਿਆਕਰਨ ਲਿਖਦੇ ਸੀ। ਇਹਨਾਂ ਦੀ ਜਿਹੜੀ ਸਟਾਈਲ ਸੀਗਾ, ਕਿਉਂਕਿ ਉਸ ਵੇਲੇ ਦੇ ਸਟਾਈਲ ਸੀਗੇ, ਇੱਕ ਸੂਤਰਕ ਸ਼ੈਲੀ ਹੁੰਦੀ ਸੀ, ਇੱਕ ਕਾਰਿਕਾ ਸ਼ੈਲੀ ਹੁੰਦੀ ਸੀ। ਇਹਨਾਂ ਨੇ ਕਾਰਕਾਵਾਂ ਦੇ ਵਿੱਚ ਜਿਹੜੇ ਸੀਗੇ ਵਿਆਕਰਨ ਲਿਖੇ, ਔਰ ਇਹਨਾਂ ਬੰਦਿਆਂ ਨੇ ਜਿਹੜੇ ਵਿਆਕਰਨ ਲਿਖੇ ਨੇ ਉਹ ਸੂਤਰਕ ਸ਼ੈਲੀ ਦੇ ਵਿੱਚ ਵਿਆਕਰਨ ਜਿਹੜੇ ਲਿਖੇ ਹੈਗੇ ਨੇ। ਤੋ ਇੰਦਰ ਦੀ ਜਿਹੜੀ ਸੰਪਰਦਾ ਹੈ, ਇੰਦਰ ਵਿਆਕਰਨ ਦੀ ਜਿਹੜੀ ਸੰਪਰਦਾਇ ਹੈ ਉਹ ਬ੍ਰਹਮਾ ਤੋਂ ਚੱਲੀ ਹੈ। ਬ੍ਰਹਮਾ ਤੋਂ ਚੱਲੀ ਹੈ। ਤੋ ਸਾਡੇ ਸਨਾਤਨੀ ਦਰਸ਼ਨ ਦੇ ਵਿੱਚ ਬ੍ਰਹਮਦੇਵ ਨੂੰ ਸਮਸਤ ਵਿਦਿਆਵਾਂ ਦਾ ਜਿਹੜਾ ਗਿਆਤਾ ਮੰਨਿਆ ਜਾਂਦਾ ਹੈ। ਤੋ ਵੇਦ ਵੀ ਬ੍ਰਹਮ ਦੀ ਕਿਰਤ ਹੀ ਮੰਨੇ ਜਾਂਦੇ ਨੇ। ਤੋ ਗੋਲਡਸਟੂਕਰ ਦੇ ਅਕੋਰਡਿੰਗ ਜਿਹੜਾ ਬ੍ਰਹਮਦੇਵ ਹੈ ਉਹਦਾ ਸਮਾਂ ਜਿਹੜਾ ਹੈਗਾ ਵਾ ਉਹ 8000 BC ਹੈ, ਜਾਣੀ ਕਿ ਅੱਜ ਤੋਂ 10,000 ਸਾਲ ਪਹਿਲਾਂ ਦਾ ਸਮਾਂ ਹੈ। 8000 BC ਕਿ ਉਹ ਉਸ ਵੇਲੇ ਹਜ਼ਰਤ ਨੂਹ ਦਾ ਸਮਕਾਲੀ ਸੀ। ਹਜ਼ਰਤ ਨੂਹ ਦੀ ਕਹਾਣੀ ਬਾਈਬਲ ਦੇ ਵਿੱਚ ਆਉਂਦੀ ਹੈ, ਤੋ ਕੁਰਾਨ ਸ਼ਰੀਫ ਦੇ ਵਿੱਚ ਵੀ ਉਹਦੀ ਕਹਾਣੀ ਆਉਂਦੀ ਹੈ। ਤਾਂ ਉਹ ਜਿਹੜਾ ਹਜ਼ਰਤ ਨੂਹ ਸੀਗਾ ਉਹਦਾ ਸਮਕਾਲੀ ਬ੍ਰਹਮਾ ਸੀ, ਜਿਹਨੂੰ ਅਸੀਂ ਆਮ ਸੀਰੀਅਲਸ ਦੇ ਵਿੱਚ ਦੇਖਦੇ ਹੈਗੇ ਨਾ, ਉਹ ਜਿਨ੍ਹਾਂ ਦੇ 3 ਸਿਰ ਲੱਗੇ ਹੋਏ ਨੇ, ਤਾਂ ਉਹ ਬ੍ਰਹਮਦੇਵ ਦੀ ਗੱਲ ਕੀਤੀ ਗਈ ਹੈ। ਸੋ ਇਸ ਗੱਲ ਨੂੰ ਨਹੀਂ ਐਕਸਪਲੇਨ ਉਹਨਾਂ ਕੀਤਾ ਕਿ ਉਹਨਾਂ ਦੇ 3 ਸਿਰ ਸੀਗੇ ਜਾਂ 4 ਸੀ, ਉਹ ਕੁਛ ਨਹੀਂ ਕਿਹਾ, ਪਰੰਤੂ ਉਹਨਾਂ ਨੇ ਇਹ ਕਿਹਾ ਹੈਗਾ ਕਿ ਬ੍ਰਹਮ ਉਸ ਵੇਲੇ ਬ੍ਰਹਮਾ ਸੀਗਾ, ਉਹਨੇ ਪ੍ਰਥਮ ਵਿਆਕਰਨ ਲਿਖਿਆ ਸੀਗਾ। ਤੋ ਜਦੋਂ ਉਹਨੇ ਪਹਿਲਾ ਵਿਆਕਰਨ ਲਿਖਿਆ ਸੀਗਾ ਤੋ ਉਹ ਕਾਰਿਕਾ ਸ਼ੈਲੀ ਦੇ ਵਿੱਚ ਲਿਖਿਆ ਗਿਆ ਸੀ, ਔਰ ਹਜ਼ਰਤ ਨੂਹ ਦਾ ਉਹ ਸਮਕਾਲੀ ਸੀ। ਤੋ ਇਹਦਾ ਸਮਾਂ ਜਿਹੜਾ ਮੰਨਿਆ ਹੈਗਾ ਉਹਨਾਂ ਨੇ ਉਹ 8000 BC ਮੰਨਿਆ, ਜਾਣੀ ਹਜ਼ਰਤ ਈਸਾ ਅਲੈਹਿਸਲਾਮ ਤੋਂ ਉਹਨਾਂ ਦਾ ਸਮਾਂ ਸੀਗਾ ਜਿਹੜਾ ਉਹ 8000 ਸਾਲ ਪਹਿਲਾਂ ਦਾ ਸੀਗਾ। ਤੋ ਅੱਜ ਤੋਂ ਜਿਹੜਾ ਇਹਨਾਂ ਦਾ ਸਮਾਂ ਬਣਦਾ ਹੈ 10,000 ਕੋਈ 20 ਸਾਲ ਪਹਿਲਾਂ ਦਾ ਸਮਾਂ ਹੈ। ਤੋ ਇਹ ਬ੍ਰਹਮਾ ਹੋਇਆ ਹੈ। ਤੋ ਇਹਨੇ ਗੁਰੂ ਚੇਲੇ ਦੀ ਪਰੰਪਰਾ ਸਥਾਪਿਤ ਕੀਤੀ, ਸ਼ਾਗਿਰਦੀ ਦੀ ਜਿਹੜੀ ਅੱਗੇ ਦੀ ਅੱਗੇ ਪਰੰਪਰਾ ਬਣੀ। ਤੋ ਇਹਨੇ ਜਿਹੜੇ ਵਿਆਕਰਨ ਦਾ ਉਪਦੇਸ਼ ਸੀਗਾ ਉਹ ਇੰਦਰ ਨੂੰ ਕੀਤਾ। ਇੱਥੇ ਪਰੰਪਰਾ ਇੰਦਰ ਵਾਲੀ ਹੀ ਚੱਲਣੀ ਹੈ, ਇੱਥੇ ਬ੍ਰਹਮ ਦੀ ਪਰੰਪਰਾ ਨਹੀਂ ਹੈਗੀ ਹੈ। ਸਾਡੇ ਜਿੰਨਾ ਵੀ ਅਧਿਐਨ ਹੋਇਆ ਵਿਆਕਰਨ ਦੇ ਸੰਦਰਭ ਦੇ ਵਿੱਚ, ਅੱਜ ਜੇ ਤੁਸੀਂ ਪੜ੍ਹੋ, ਭਾਵੇਂ ਤੁਸੀਂ ਵਾਸੂਦੇਵ ਸ਼ਰਨ ਅਗਰਵਾਲ ਨੂੰ ਪੜ੍ਹ ਲਓ ਜਾਂ ਫਿਰ ਤੁਸੀਂ ਜਿਹੜੇ ਹੈਗੇ ਨੇ ਰਾਮ ਵਿਲਾਸ ਨੂੰ ਪੜ੍ਹ ਲਓ, ਤੋ ਇਹੋ ਜਿਹੇ ਬੰਦਿਆਂ ਨੇ ਜਿਹੜਾ ਇਹ ਪਰੰਪਰਾ ਜਿਹੜੀ ਇੰਦਰ ਵਾਲੀ ਹੀ ਮੰਨੀ ਹੈਗੀ ਹੈ, ਇਹਦਾ ਬ੍ਰਹਮ ਵਾਲੀ ਪਰੰਪਰਾ ਨਹੀਂ ਮਿਲਦੀ ਹੈਗੀ, ਇੰਦਰ ਵਾਲੀ ਹੀ ਮੰਨਿਆ ਗਿਆ ਹੈਗਾ। ਤੋ ਇੰਦਰ ਨੇ ਜਿਹੜਾ ਸੀਗਾ ਆਪਣਾ ਜਿਹੜਾ ਉਪਦੇਸ਼ ਸੀ, ਇੰਦਰ ਨੇ ਆਪਣਾ ਚੇਲਾ ਸੀਗਾ ਜਿਹੜਾ ਉਹ ਬ੍ਰਹਸਪਤੀ ਨੂੰ ਮੰਨਿਆ। ਹੁਣ ਇੱਕ ਹੋਰ ਵੀ ਵਿਡੰਬਨਾ ਬੜੀ ਵੱਡੀ ਹੈ ਕਿ ਆਮ ਅਸੀਂ ਦੇਖਦੇ ਹਾਂ ਕਿ ਬ੍ਰਹਸਪਤੀ ਇੰਦਰ ਦਾ ਗੁਰੂ ਹੈ, ਕਿੰਤੂ ਵਿਆਕਰਨ ਪਰੰਪਰਾ ਦੇ ਵਿੱਚ ਬ੍ਰਹਸਪਤੀ ਨੂੰ ਜਿਹੜਾ ਇੰਦਰ ਨੇ ਉਪਦੇਸ਼ ਕੀਤਾ ਸੀ ਵਿਆਕਰਨ ਦਾ, ਤੋ ਇੰਦਰ ਨੂੰ ਸੀਗਾ ਜਿਹੜਾ ਇੰਦਰ ਨੇ ਬ੍ਰਹਸਪਤੀ ਨੂੰ ਉਪਦੇਸ਼ ਕੀਤਾ ਸੀਗਾ। ਤੋ ਬ੍ਰਹਸਪਤੀ ਨੇ ਅੱਗੇ ਜਾ ਕਰਕੇ ਜਿਹੜਾ ਉਪਦੇਸ਼ ਸੀ ਉਹ ਭਾਰਦਵਾਜ ਨੂੰ ਕੀਤਾ। ਤੋ ਉਸ ਤੋਂ ਬਾਅਦ ਭਾਰਦਵਾਜ ਨੇ ਜਿਹੜਾ ਸੀਗਾ ਉਹ ਸ਼ਕਲਿਆ ਨੂੰ ਕੀਤਾ। ਫਿਰ ਸਫੋਟਾਯਾਨ, ਫਿਰ ਸ਼ਾਕਟਾਯਾਨ, ਵਿਆਂਡੀ, ਤੋ ਆਦਿਕ ਹੋਰ ਵੀ ਕਈ ਵਿਆਕਰਨਕਾਰ ਹੋਏ ਨੇ। ਸੋ ਇਹਨਾਂ ਦੀ ਜਿਹੜੀ ਸੀਗੀ ਪਰੰਪਰਾ ਇਸ ਪ੍ਰਕਾਰ ਚੱਲੀ, ਤੋ ਗੁਰੂ ਚੇਲੇ ਦੀ ਪਰੰਪਰਾ ਚੱਲੀ। ਤੋ ਇਹਨੇ ਇੱਕ ਦੂਜੇ ਦੇ ਸ਼ਾਗਿਰਦ ਬਣੇ ਵਿਆਕਰਨ ਪਰੰਪਰਾ ਦੇ ਵਿੱਚ। ਔਰ ਇਸ ਸੰਪਰਦਾਇ ਤੋਂ ਬਾਅਦ ਦੇ ਵਿੱਚ ਜਿਹੜੀ ਸੀਗੀ ਉਹ ਚੱਲੀ ਮਹੇਸ਼ਵਰ ਵਿਆਕਰਨ ਪਰੰਪਰਾ। ਸੋ ਮਹੇਸ਼ਵਰ ਵਿਆਕਰਨ ਪਰੰਪਰਾ ਜਿਹੜੀ ਹੈਗੀ ਆ ਇਹ ਚੀਜ਼ ਮੰਨੀ ਜਾਂਦੀ ਹੈਗੀ ਆ ਕਿ ਸ਼ਿਵ ਮਹੇਸ਼ਵਰ ਦਾ ਅਰਥ ਹੈ ਸ਼ਿਵ ਜੀ।
महेश्वर तो भाव है शिव, शिव जी। तो कहते ने कि शिव जी भगवान ने आचार्य पाणनी नूं 14 सूत्र बख्शिश कीते सी उस समय। कई ये भी कहते हैं कि पाणनी दी जड़ी सीगी तपस्या तो प्रसन्न हो के शिव जी ने अपना जड़ा डमरू सीगा वो खड़काया और ਉਹਦੇ ਵਿੱਚੋਂ ਜਿਹੜੇ 14 सूत्र निकले, 14 भाषिक ਜਿਹੜੇ ਸੀਗੇ प्रतिहार बने, 14 प्रतिहार बने। प्रतिहार सूत्र कहते हैं उन्होंने संस्कृत ਦੇ ਵਿੱਚ। ਉਹ प्रतिहार सूत्र बने तो ਉਹਨਾਂ ਦਾ नाम महेश्वर सूत्र पै गया। सो ये कोई मिथ है ਜਾਂ असलीयत है, ਇਹਦੇ ਬਾਰੇ ਅਸੀਂ कुछ कह नहीं सकते। सो ये ਮੰਨਿਆ जा सकता है साडी जाचे कि महेश्वर हो सकता है कि उस वेले का कोई पुरातन वैदिक ऋषि ही होवे। तो वो आचार्य पाणनी का जिहड़ा सीगा गुरु सी और पाणनी ने महेश्वर दे कोलों जिहड़ी सीगी वो अपनी जिहड़ी विद्या सीगी व्याकरण की विद्या जिहड़ी वो प्राप्त कीती सी। तो मैं पहले इहदे आचार्य ने पाणनी, आचार्य पाणनी। तो इन्हां दी किताब का नाम है अष्टाध्यायी। जगत प्रसिद्ध किताब है ये अष्टाध्यायी जिहड़ी है, ये किसी जान पछाण की मुहताज नहीं। लॉरी बॉयर द इंग्लिश वर्ड फार्मेशन दे विच उहदे आरंभ दे विच ही वो गल लिख दिंदा। कैंब्रिज यूनिवर्सिटी दे विचों वो बुक पब्लिश हुई है। वो मुੱਢ दे विच ही लॉरी बॉयर लिखदा हैगा कि पश्चिमी जगत दे विच आधुनिक पश्चिमी भाषा विज्ञान जगत दे विच जिन्नी क असीं समझ शब्द बनतर बारे प्राप्त कर चुके हाँ वो पाणनी की समझ तो अगे नहीं लंघी। हिसाब ला लो भी किन्नी कि उस वेले इन्हां दी नॉलेज सी। अज तो इन्हां दा समा हैगा जिहड़ा वो कीथ दे अनुसार AB कीथ दे अनुसार जिहड़ा इन्हां दा समा है वो 500 BC है, 500 BC का समा है और पंजाब की धरती के उत्ते ही ये जम्मिया है। टैक्सला यूनिवर्सिटी का ये प्रोफैसर है और कौटल्या और पाणनी दोने कुलीग ने टैक्सला यूनिवर्सिटी दे विच। और हुण देखो कि आधुनिक भाषा विज्ञान कित्थे पहुँच चुकिया है। नॉम चमस्की वर्गे, ब्लूमफील्ड वर्गे और सस्यूर वर्गे दिग्गज जिहड़े हैगे ने उन्होंने नवीं नवीं थ्योरीआं पेश कीतियां ने। पर भावें वो नॉम चमस्की है भावें सस्यूर है, इन्हां दी जिहड़ा जो इनसाइट पाणनी दी इन्हां ने जिहड़ी इनसाइट है वो पाणनी वाली ही प्राप्त करके इन्हां ने अपने जिहड़े सिद्धांत पेश कीते ने और खुद इस गल नूं मनदे ने। क्योंकि सस्यूर जनेवा यूनिवर्सिटी दे विच जिहड़ा सीगा वो संस्कृत का ही प्रोफैसर सी और उन्हें जिहड़ा अपना PhD का शोध प्रबंध पेश कीता सी वो संस्कृत भाषा के कारक प्रबंध के उपर ही आधारित सी जो पाणनी ने कारक सिद्धांत पेश किया हैगा अपने व्याकरण दे विच। सो पाणनी का व्याकरण बड़ा ही सिस्टमैटिक व्याकरण है, बड़ा ही एक सिद्धांतक व्याकरण है। उन्हें कुल जिहड़े उहदे विच सानू 4000 सूत्र मिलते हैं, 4000 सूत्र ने और 8 पाठां दे विच उन्हां सूत्रां नूं लिखिया गया हैगा। और हरेक पाठ दे एक अध्याय दे एक लैसन दे अगों 4 होर सब लैसन बनाए गए ने जिन्हां नूं संस्कृत विच पाद कहिंदा हैगा जां 4 असीं पंजाबी च चरण कह लईए। तो 4 चरण बना लए गए ने। 8 पाठां दी ये रचना है जी। एक पाठ दे 4-4 पाद जां 4 चरण ने और कुल सारी रचना दे जिहड़े हैगे ने वो 32 पाद बनते ने और 32 पादां दे विच उहने 4000 सूत्र जिहड़े हैगे ने वो लिखे ने। 3996 सूत्र ने टोटल, 3996 सूत्र। अलग अलग जिहड़े व्याख्याकार हैगे ने, कई जिवें भट्टो जी दीक्षित हैगे ने वो 4000 सूत्र ही मानते हैं। कई व्याख्याकारां ने एक सूत्र नूं 2-2 थां ते एक्सप्लेन किया हैगा, 2-2 भागां दे विच एक्सप्लेन कर दिता। सो 4 सूत्रां दा फर्क किवें पैंदा हैगा इहदे अष्टाध्याय दे विच। तो ये बड़ी ही कह लो कि पूरी संपूर्ण ग्रामर है, संपूर्ण भाषा का अध्ययन करती है। संस्कृत भाषा नूं इसने लौकिक संस्कृत नूं जिहड़ा सी पाणनी ने बन के रख दिता। ये उहदी जिहड़ी असाधारण जिहड़ी उहदी एबनॉर्मल जिहड़ी उहदी नॉलेज की एक जिउंदी जागदी मिसाल है जो अष्टाध्याय है। तो इस तो बाद दे विच जिहड़े इहदे उत्तराधिकारी होए ने उहदां दे विच पतंजलि दा जिहड़े हैगे ने, पहलां कात्यायन आउंदे ने।
कात्यायान। कात्यायान इन्हां ने अष्टाध्याय दे उपर टीका लिखा है। इन्हां दे व्याकरण का नाम है वार्तक। तो इन्हां ने अष्टाध्याय दे उपर जिहड़ा हैगा पहला आलोचनात्मक क्रिटिसाइज किया है, जिहड़ी हैगी है आलोचनात्मक अध्ययन किया है, क्रिटिसाइज किया अष्टाध्याय का, और उहदा नाम जिहड़ा हैगा वो वार्तक इन्हां ने रखिया हैगा। ये कई थावां दे उपर पाणिनी की आलोचना भी करते हैं और कई थावां दे उपर बड़े मुक्त कंठ के नाल पाणिनी दा जिहड़ी शलाघा भी पेश करते हैं आचार्य कात्यायन। उस तो बाद दे विच जेकर बड़ा वड्डा जिहड़ा टीका लिखिया हैगा वो पतंजलि ने लिखिया है अष्टाध्याय ते। इन्हां दी किताब का नाम है महाभाष्य। सो भाषा का अर्थ हुंदा हैगा टीका, किसी चीज़ नूं एक्सप्लेन करना। जिवें तुसीं अज असीं देखदे हां ना कि जी जपजी साहब का टीका, जाप साहब का टीका हैगा, वो टीके ने वो भाषा लिखे गए ने। तो इवें ही जिहड़ा पतंजलि ने अष्टाध्याय दे उपर जिहड़ा टीका लिखिया सीगा उहदा नाम हैगा वा महाभाष्य। बड़ा वड्डा टीका है और बड़े ही विस्तृत रूप दे विच इन्हां ने जिहड़ा हैगा पाणिनी दे सिद्धांतां नूं खोल के बयान कीता है। शुरुआत दे विच ही ये कहते हैं अथ शब्द अनुशासनम, तो शब्द के अनुशासन की गल करते हैं, क्योंकि इन्हां दी जिहड़ी पाणिनी दी और इन्हां दी खास करके जिहड़े सनातनी व्याकरणकार ने ना, इन्हां दी जिहड़ी स्टडी हैगी है ये धुनी ते वर्ड के इर्द गिर्द ही घूमती है। तो फोनेटिक्स के पद्धर ते भी स्टडी की इन्हां ने, वर्ड फार्मेशन के पद्धर ते भी की है, विभक्ति मूलक शब्दों की गल भी करते हैं, और उस तो बाद पद के संबंधी इन्हों का बड़ा वड्डा कंट्रीब्यूशन है अध्ययन करन दा। सुबंत ते तिगंत दे विच इन्हां ने पद के बारे जिहड़ा हैगा बड़ा वसीह जिहड़ा अध्ययन किया हैगा पाणिनी ने। तो इस दे उपर जिहड़ा पहला इन्हां ने टीका लिखिया हैगा वा, इहनूं अध्ययन किया, इहनूं एक्सप्लेन किया हैगा, इहदियां परतां नूं फरोलिया है, उहदा नाम हैगा वा महाभाष्य। तो महाभाष्य बड़ा वड्डा टीका है अष्टाध्याय दा। तो उस तो बाद विच एक होर व्याकरणकार होए ने जिन्हां दा जिक्र मैं पहलां ही कर चुकिया सीगा, उन्हां दा नाम है भरथरीहरि। भरथरीहरि इन्हां दा जिहड़ा व्याकरण है उहदा नाम है वाक्य पदीय, जिन्होंने पंजाबी दे विच जे तोड़ के कह दईए वाक ते पद, पद की ते वाक की स्टडी करते हैं। बड़े दार्शनिक पद्धर तो इन्होंने स्टडी की हैगी है। और एक गल होर भी बड़ी अहम है कि पाणिनी, हुण तुसीं ये देख लो कि पाणिनी नूं एक्सप्लेन करदे जो दे कारक सिद्धांत नूं भरथरी एक्सप्लेन करदा ना, तो उहदा एक सूत्र आउंदा हैगा पाणिनी दा षष्ठी शेषे। षष्ठी शेषे उहदा मीनिंग हैगा कि छेवीं विभक्ति बाकी रहिंदे शेष संबंधां नूं प्रगट करदी है। तो मैं इत्थे वसीह दे विच नहीं जाऊँगा क्योंकि मैं इत्थे कारक सिद्धांत नूं एक्सप्लेन नहीं कर रहा, मैं जस्ट व्याकरणा दे नाल ही अपनी जान पछाण करवा रहा। पर थोड़ा जिहा इत्थे जिहड़ा हैगा ये टपला भरथरीहरि ने खाधा हैगा जिथे पाणिनी व्याकरण का अध्ययन करते हैं। तो पाणिनी कहता कि षष्ठी शेषे बाकी दे शेष संबंधां नूं छेवीं विभक्ति जिहड़ी हैगी आ रहिंदे संबंधां नूं छेवीं विभक्ति एक्सप्लेन करती है। पर भरथरी की करते हैं, वो टपला इहो जिहा खा जाते हैं, उहदे सूत्र नूं उहदी जिहड़ी सूत्र दे विच उहदे अंतर्निहित अर्थ हुंदे ने उन्हां नूं समझण दी बजाए वो की कर बैठते हैं, एक शेष नामी कारक की स्थापना कर बैठते हैं, जो हुण भी पंजाबी दे विच आम व्याकरणकारां दे टपले खाधे होए ने कि उन्होंने संबंध ते संबोधन कारक नूं जिहड़ा हैगा वो दो कारक होर मन लए ने। उन्होंने संबंध ते संबोधन कारक होर बहुत वड्डे वड्डे व्याकरणकारां ने टपला खाधा है। इसनूं बड़ा ही इदों पहलां इहदे ते काम हो चुक्या। डॉक्टर हरविंदरपाल कौर और डॉक्टर बूटा सिंह बराड़ होरां ने इस जिहड़ी सीगी ये भुलेखा सीगा, ये अटकल पच्चू मत सीगा, इहनूं दूर कर दिता उन्होंने अपने अध्ययन दे विच, अपने रिसर्च दे विच, अपने खोज कार्ज दे विच कि भाई पंजाबी च 6 कारक ही हुंदे ने, 8 कारक नहीं हुंदे। बड़े बड़े दिग्गजां ने जिहड़ा टपला खाधा है कारक के संदर्भ दे विच 8 कारक मनदे ने, संबोधन नूं कारक मनदे ने और संबंध नूं कारक मनदे ने। इवें भरथरीहरि ने भी टपला खाधा उत्थे, एक उन्होंने शेष कारक मन लिया अपने कोल ही कि ये जिहड़ा शेष कारक हुंदा है, हालांकि कोई शेष कारक नहीं हुंदा पाणिनी दे अकॉर्डिंग। तो भरथरी तो बाद दे विच जिहड़ी हैगी आ फिर अगे होर 2 व्याकरणकार आउंदे ने,
ਜਿਹੜੇ ਹੈਗੇ ਨੇ ਭੱਟੋ ਜੀ ਦੀਕਸ਼ਤ, ਇਹਨਾਂ ਦਾ ਜੋ ਵਿਆਕਰਨ ਹੈ ਉਹਦਾ ਨਾਮ ਹੈ ਵਿਆਕਰਨ ਸਿਧਾਂਤ ਕੌਮਦੀ। ਕੌਮਦੀ ਤੋਂ ਭਾਵ ਹੈ ਜੋ ਅੰਗਰੇਜ਼ੀ ਦੇ ਵਿੱਚ ਅਸੀਂ ਆਮ ਵਰਡ ਯੂਜ਼ ਕਰਦੇ ਹਾਂ ਕਾਮੇਡੀ, ਕਾਮਦੀ, ਕਿਸੇ ਚੀਜ਼ ਦੇ ਉੱਤੇ ਕਮੈਂਟਰੀ, ਕਾਮੇਡੀ ਜਾਂ ਕਮੈਂਟਰੀ, ਕਿਸੇ ਚੀਜ਼ ਨੂੰ ਵਿਖਿਆਤ ਕਰਨਾ। ਤੋ ਵਿਆਕਰਨ, ਇਹ ਵੀ ਪਾਣਨੀ ਦੇ ਵਿਆਕਰਨ ਨੂੰ ਹੀ ਐਕਸਪਲੇਨ ਕੀਤਾ ਹੈ ਭੱਟੋ ਜੀ ਦੀਕਸ਼ਤ ਨੇ। ਤੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੇ ਜੋ ਅੱਗੇ ਇਹਨਾਂ ਦਾ ਚੇਲਾ ਸੀਗਾ ਉਹਦਾ ਨਾਮ ਹੈ ਆਚਾਰੀਆ ਵਰਦਰਾਜ। ਸੋ ਇਹਦਾ ਜਿਹੜਾ ਵਿਆਕਰਨ ਹੈ ਇਹਦਾ ਨਾਮ ਹੈ ਲਘੂ ਸਿਧਾਂਤ ਕੌਮਦੀ। ਸੋ ਲਘੂ ਦਾ ਅਰਥ ਹੈ ਛੋਟਾ, ਲਘੂ ਮੀਨਸ ਸ਼ਾਰਟ, ਛੋਟਾ। ਤੋ ਪ੍ਰਵੇਸ਼ਿਕਾ ਹੈ ਇਹ, ਜਦੋਂ ਤੁਸੀਂ ਪਾਠ ਪਠਨ ਆਰੰਭ ਕਰਦੇ ਹੋ ਨਾ, ਅਸ਼ਟਾਧਿਆਇ ਦਾ ਅਧਿਐਨ ਕਰਦੇ ਹੋ ਗੁਰੂਕੁਲਾਂ ਦੇ ਵਿੱਚ ਜਾਂ ਵੈਸੇ ਪਰੰਪਰਾਈ ਪੱਧਰ ਦੇ ਉੱਤੇ, ਤੇ ਤੁਸੀਂ ਜਿਹੜਾ ਹੈਗਾ ਉਹ ਲਘੂ ਸਿਧਾਂਤ ਕੌਮਦੀ ਤੋਂ ਹੀ ਆਰੰਭ ਕਰਦੇ ਹੋ। ਇਹਨਾਂ ਨੇ ਆਪਣੇ ਕੋਈ ਵਿਆਕਰਨ ਨਿਯਮ ਨਹੀਂ ਦਿੱਤੇ ਗਏ, ਆਪਣੇ ਵੱਲੋਂ ਕੁਝ ਨਹੀਂ ਦਿੱਤਾ। ਇਹਨਾਂ ਨੇ ਜਸਟ ਪਤੰਜਲੀ ਵਾਂਗ ਜਿਹੜਾ ਹੈਗਾ ਵਾ ਉਹ ਉਹਦਾ ਅਸ਼ਟਾਧਿਆਇ ਦੇ ਉੱਪਰ ਇੱਕ ਮਨੋਰਮਾ ਹੀ ਲਿਖੀ ਹੈ, ਇੱਕ ਟੀਕਾ ਹੀ ਲਿਖਿਆ ਹੈ, ਉਹਨੂੰ ਐਕਸਪਲੇਨ ਹੀ ਕੀਤਾ ਹੈ। ਤੋ ਇੱਕ ਟੀਕਾ ਜਿਹੜਾ ਹੈਗਾ ਪਿਛਲੇ ਸਮੇਂ ਦੇ ਵਿੱਚ ਮੈਂ ਰਸ ਗੰਗਾਧਰ ਕਰਤਾ ਜਗਨਨਾਥ ਨੂੰ ਪੜ੍ਹਿਆ ਸੀਗਾ। ਤੋ ਕਹਿੰਦੇ ਨੇ ਕਿ ਸ਼ਾਹਜਹਾਂ ਦੇ ਦਰਬਾਰ ਚੋਂ ਨਿਕਲੇ ਜਾਣ ਤੋਂ ਬਾਅਦ ਜਗਨਨਾਥ ਨੇ ਰਸ ਗੰਗਾਧਰ, ਉਹਦੀ ਕਿਤਾਬ ਹੈਗੀ ਆ, ਰਸ ਸਿਧਾਂਤ ਬਾਰੇ ਬੜਾ ਹੀ ਉਹਨੇ ਵਸੀਹ ਅਧਿਐਨ ਕੀਤਾ ਹੈ। ਤੋ ਇੱਕ ਟੀਕਾ ਉਹਨਾਂ ਨੇ ਵੀ ਲਿਖਿਆ ਸੀਗਾ, ਜੋ ਭੱਟੋ ਜੀ ਦੀਕਸ਼ਤ ਦੇ ਜੋ ਸਮਕਾਲੀ ਸੀਗੇ, ਉਹਨਾਂ ਨੇ ਵੀ ਇੱਕ ਟੀਕਾ ਪਾਣਨੀ ਵਿਆਕਰਨ ਦੇ ਉੱਤੇ ਲਿਖਿਆ ਸੀਗਾ। ਸੋ ਉਹ ਅੱਜ ਨਹੀਂ ਪ੍ਰਾਪਤ ਹੋ ਪਾ ਰਿਹਾ, ਮੈਂ ਉਹ ਜਿਹੜਾ ਟੀਕਾ ਨਹੀਂ ਦੇਖਿਆ, ਅੱਜ ਨਹੀਂ ਸਾਡੇ ਤੱਕ ਉਹ ਪ੍ਰਾਪਤ, ਉਹਦੀ ਰਸਾਈ ਸਾਡੇ ਤੱਕ ਉਹਦੀ ਰਸਾਈ ਨਹੀਂ ਹੈ, ਪਹੁੰਚ ਨਹੀਂ ਹੈ, ਉਹ ਟੀਕਾ ਸਾਨੂੰ ਅੱਜ ਨਹੀਂ ਪ੍ਰਾਪਤ ਹੁੰਦਾ। ਸੋ ਮੂਲ ਰੂਪ ਦੇ ਵਿੱਚ ਜਿਹੜੇ ਟੀਕੇ ਨੇ, ਆਹ ਵਿਆਕਰਨ ਨੇ ਜਿਹੜੇ ਸਾਡੇ ਪਾਸ ਅੱਜ ਸਾਨੂੰ ਉਪਲਬਧ ਹੁੰਦੇ ਨੇ, ਸਾਡੇ ਪਾਸ ਅੱਜ ਇਹ ਹੈਗੇ ਨੇ। ਤੋ ਜਿਹੜੇ ਵਿਆਕਰਨ ਸੀਗੇ ਇਹ ਸਾਡੇ ਪਾਸ ਅੱਜ ਸਮੇਂ ਦੇ ਗਰਭ ਦੇ ਵਿੱਚ ਇਹ ਵਲੀਨ ਹੋ ਚੁੱਕੇ ਨੇ। ਇਹਨਾਂ ਦੇ ਵਿੱਚੋਂ ਹਾਂ ਹੋ ਸਕਦਾ ਕਿ ਇੱਕ ਦੋ ਕਾਰਕਾਵਾਂ ਕਈ ਖੋਜਾਰਥੀਆਂ ਨੇ ਕਿਤੋਂ ਲੱਭੀਆਂ ਨੇ, ਜਿਵੇਂ ਸ਼ਵਾਨ ਚੁਆਂਗ ਦਾ ਹਵਾਲੇ ਨਾਲ ਵਾਸੂਦੇਵ ਸ਼ਰਨ ਅਗਰਵਾਲ ਲਿਖਦੇ ਨੇ ਕਿ ਜਿਹੜਾ ਇੰਦਰ ਦਾ ਵਿਆਕਰਨ ਸੀਗਾ ਉਹਦੇ ਵਿੱਚ ਜਿਹੜੇ ਸ਼ਲੋਕ ਸੀਗੇ, ਸ਼ਲੋਕਾਂ ਦੀ ਜਿਹੜੀ ਗਿਣਤੀ ਸੀਗੀ ਉਹ 25,000 ਸੀਗੀ, 25,000। ਤੇ ਪਾਣਨੀ ਦਾ ਜਿਹੜਾ ਵਿਆਕਰਨ ਹੈ, ਪਾਣਨੀ ਦੇ ਵਿਆਕਰਨ ਦੇ ਵਿੱਚ 4,000 ਸੂਤਰ ਨੇ ਔਰ 1,000 ਸ਼ਲੋਕ ਬਣਦੇ ਨੇ। ਔਰ ਹਿਸਾਬ ਲਾ ਲਓ ਕਿ ਜਿਹੜਾ ਇੰਦਰ ਦਾ ਵਿਆਕਰਨ ਸੀ ਉਹ ਪਾਣਨੀ ਦੇ ਨਾਲੋਂ 25 ਗੁਣਾ ਵੱਡਾ ਸੀਗਾ ਔਰ ਆਮ ਉਸ ਦਾ ਜਿਹੜਾ ਅਧਿਐਨ ਕੀਤਾ ਜਾਂਦਾ ਸੀ। ਹਿਊਨ ਸਾਂਗ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੋਈ ਇੰਦਰ ਨੇ ਵਿਆਕਰਨ ਲਿਖਿਆ ਸੀ, ਪਰ ਅਫਸੋਸ ਇਹ ਵਿਆਕਰਨ ਸਾਡੇ ਤੱਕ ਅੱਜ ਇਹਦੀ ਪਹੁੰਚ ਨਹੀਂ ਹੈ। ਸਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਵਿਆਕਰਨ ਅੱਜ ਪ੍ਰਾਪਤ ਨਹੀਂ ਹੁੰਦਾ। ਕਈ ਤੇ ਵਿਦਵਾਨ ਇਹ ਵੀ ਲਿਖਦੇ ਨੇ, ਪਿਛਲੇ ਸਮੇਂ ਦੌਰਾਨ ਮੈਂ ਆਪਣੇ ਰਿਸਰਚ ਦੇ ਦੌਰਾਨ ਇਹ ਦੇਖਿਆ ਹੈ, ਕਈ ਵਿਦਵਾਨਾਂ ਨੇ ਤਾਂ ਇਹ ਵੀ ਲਿਖਿਆ ਜਿਹੜਾ ਵਿਆਂਡੀ ਸੀਗਾ ਉਹਦਾ ਨਾਂ ਦਾਕਸ਼ਾਇਣ ਸੀ ਔਰ ਦਾਕਸ਼ਾਇਣ ਦਾ ਸੰਬੰਧ ਦਕਸ਼ਾ ਨਾਲ ਸੀ। ਦਕਸ਼ ਪੰਜਾਬ ਦੇ ਵਸਨੀਕ ਸੀਗੇ ਔਰ ਵਿਆਂਡੀ ਪਾਣਨੀ ਦੇ ਮਾਮਾ ਸੀਗੇ। ਪਤਾ ਨਹੀਂ ਅਟਕਲ ਪੱਚੂ ਵਿਚਾਰ ਨੇ ਜਾਂ ਅਸਲੀਅਤ ਹੈ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਇਹ ਸਾਡੀ ਜਿਹੜੀ ਸੀਗੀ ਭਾਰਤੀ ਵਿਆਕਰਨ ਪਰੰਪਰਾ ਸੀ, ਵਿਆਕਰਨ ਸੰਪਰਦਾਇ ਸੀ। ਸੋ ਇਸ ਪ੍ਰਕਾਰ ਜਿਹੜੇ ਸੀਗੇ ਵਿਆਕਰਨ ਲਿਖੇ ਗਏ ਔਰ ਵਿਆਕਰਨ ਲਿਖਣ ਦਾ ਹਿੰਦੁਸਤਾਨ ਦੇ ਵਿੱਚ ਆਗਾਜ਼ ਹੋਇਆ। ਤੋ ਉਸ ਤੋਂ ਬਾਅਦ ਦੇ ਵਿੱਚ ਫਿਰ ਸੰਸਕ੍ਰਿਤ ਤੋਂ ਪ੍ਰਕਿਰਤਾਂ, ਪਾਲੀ ਪ੍ਰਕਿਰਤਾਂ ਵਗੈਰਾ ਬਣੀਆਂ, ਅਪਭ੍ਰੰਸ਼ਾਂ ਬਣੀਆਂ। ਤੋ ਕਿ ਕਈ ਅਪਭ੍ਰੰਸ਼ ਤੋਂ ਫਿਰ ਪੰਜਾਬੀ ਦਾ ਜਨਮ ਹੁੰਦਾ ਹੈਗਾ। ਤੋ ਉਹ ਪੰਜਾਬੀ ਦੇ ਵਿਆਕਰਨ, ਹੁਣ ਅਸੀਂ ਇੱਥੇ ਗੱਲ ਕਰਾਂਗੇ ਪੰਜਾਬੀ ਦੇ, ਥੋੜ੍ਹਾ ਜਿਹਾ ਝਾਤ ਪਾਵਾਂਗੇ ਪੰਜਾਬੀ ਦੀ ਵਿਆਕਰਨ ਪਰੰਪਰਾ ਦੇ ਉੱਪਰ। ਇਹ ਤੇ ਸੀ ਸਾਡੀ ਸਨਾਤਨੀ ਵਿਆਕਰਨ ਪਰੰਪਰਾ ਕਿ ਵੇਦਾਂ ਤੋਂ ਆਰੰਭ ਹੋਈ ਹੈ ਜੀ ਔਰ ਵੇਦਾਂ ਦੇ ਵਿਆਕਰਨ ਲਿਖੇ ਗਏ, ਫਿਰ ਲੌਕਿਕ ਭਾਸ਼ਾ ਦੇ ਵਿਆਕਰਨ ਲਿਖੇ ਗਏ ਔਰ ਕਿਸ ਤਰ੍ਹਾਂ ਉਹ ਸ਼ੁਰੂ ਹੋਈ ਤੇ ਪ੍ਰਵਾਨ ਚੜੀ। ਹੁਣ ਸਾਡਾ ਜਿਹੜਾ ਸੰਬੰਧ ਹੈਗਾ, ਅਸੀਂ ਥੋੜ੍ਹਾ ਜਿਹਾ ਅਧਿਐਨ ਬਸ ਮੁਖਤਸਰ ਰੂਪ ਦੇ ਵਿੱਚ ਪੰਜਾਬੀ ਵਿਆਕਰਨ ਪਰੰਪਰਾ ਦੇ ਉੱਪਰ ਵੀ ਥੋੜ੍ਹਾ ਜਿਹਾ ਅਧਿਐਨ ਕਰਾਂਗੇ।
ਪੰਜਾਬੀ ਦੀ ਵਿਆਕਰਨ ਪਰੰਪਰਾ ਦੀ ਜੇ ਗੱਲ ਕਰੀਏ तो ਜਿਹੜਾ ਇਸ ਦਾ ਆਗਾਜ਼ ਹੈ, ਇਸ ਦੀ ਜੋ ਪ੍ਰਿਸ਼ਟ ਭੂਮੀ ਹੈ ਉਹ ਈਸਾਈ ਮਿਸ਼ਨਰੀਆਂ ਦੇ ਨਾਲ ਜਾ ਕੇ ਜੁੜ ਜਾਂਦੀ ਹੈ। ਈਸਾਈ ਮਿਸ਼ਨਰੀਆਂ ਨਾਲ ਇਹ ਜਾ ਕੇ ਜੁੜਦੀ ਹੈਗੀ ਹੈ। ਤੋ ਪ੍ਰਥਮ ਜਿਹੜਾ ਵਿਆਕਰਨ ਸੀਗਾ ਉਹ ਸਨ 1812 ਦੇ ਵਿੱਚ ਇੱਕ ਅੰਗਰੇਜ਼ ਵਿਲੀਅਮ ਕੈਰੀ ਨੇ ਲਿਖਿਆ ਸੀ। ਸੋ ਇਹ ਪ੍ਰਥਮ ਵਿਆਕਰਨ ਸੀ ਪੰਜਾਬੀ ਦਾ ਜੋ ਵਿਲੀਅਮ ਕੈਰੀ ਨੇ ਲਿਖਿਆ ਸੀਗਾ। ਤੋ ਅੰਗਰੇਜ਼ਾਂ ਨੂੰ ਵਿਆਕਰਨ ਲਿਖਣ ਦੀ ਜ਼ਰੂਰਤ ਕਿਉਂ ਪਈ ਸੀ? ਚਲੋ ਇਹ ਅਲੱਗ ਵਿਸ਼ਾ ਹੈਗਾ ਹੈ, ਅਲੱਗ ਟੌਪਿਕ ਹੈਗਾ ਹੈ, ਕਿਉਂਕਿ ਜਿਸ ਪ੍ਰਦੇਸ਼ ਦੇ ਉੱਪਰ ਉਹਨਾਂ ਕਾਬਜ਼ ਹੋਣਾ ਹੈ, ਜਿਸ ਪ੍ਰਦੇਸ਼ ਦੇ ਉੱਪਰ ਉਹਨਾਂ ਆਪਣਾ ਅਧਿਕਾਰ ਕਰਨਾ ਹੈ, ਤੋ ਉਸ ਪ੍ਰਦੇਸ਼ ਦੇ ਭਾਸ਼ਾ ਨੂੰ, ਸੱਭਿਆਚਾਰ ਨੂੰ, ਸੰਸਕ੍ਰਿਤੀ ਨੂੰ, ਉਹਨਾਂ ਵਾਸਤੇ ਧਰਮ ਨੂੰ ਸਮਝਣਾ ਜਿਹੜਾ ਅਤੀ ਅਨਿਵਾਰੀ ਸੀ, ਅਤੀ ਜ਼ਰੂਰੀ ਸੀ। ਇਸ ਕਰਕੇ ਅੰਗਰੇਜ਼ਾਂ ਨੇ ਇਹ ਜਿਹੜੀ ਸੀਗੀ ਪਿਰਤ ਪਾਈ ਸੀਗੀ। ਔਰ ਪ੍ਰਥਮ ਜਿਹੜਾ ਪੰਜਾਬੀ ਦਾ ਵਿਆਕਰਨ ਸੀਗਾ ਜਿਹੜਾ ਉਹ ਲਿਖਿਆ ਗਿਆ ਸੀ ਵਿਲੀਅਮ ਕੈਰੀ ਵੱਲੋਂ। ਔਰ ਜੋ ਜਿਹੜੇ ਸਿਧਾਂਤਕ ਤੌਰ ਤੇ ਵਿਆਕਰਨ ਮਿਲਦੇ ਹੈਗੇ ਨੇ ਸਾਨੂੰ ਪੰਜਾਬੀ ਦੇ ਅੱਜ ਸਾਡੇ ਪਾਸ ਅੱਜ ਉਪਲਬਧ ਹੈਗੇ ਨੇ, ਉਹਨਾਂ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਨਾਮ ਆਉਂਦੇ ਨੇ ਉਹ ਬਿਹਾਰੀ ਲਾਲ ਪੁਰੀ ਹੈਗਾ। ਉਸ ਤੋਂ ਬਾਅਦ ਦੇ ਵਿੱਚ ਕਰਮ ਸਿੰਘ ਗੰਗਾਵਾਲਾ। ਇਹਦੇ ਦੋ ਭਾਗ ਨੇ ਪੰਜਾਬੀ ਵਿਆਕਰਨ ਦੇ। ਪੰਜਾਬੀ ਵਿਆਕਰਨ ਦੋ ਭਾਗ। ਇਹਦੀ ਕਿਤਾਬ ਦਾ ਨਾਮ ਹੈ ਪੰਜਾਬੀ ਵਿਆਕਰਨ। ਇਹਨਾਂ ਨੇ ਬਿਹਾਰੀ ਲਾਲ ਪੁਰੀ ਨੇ ਜਿਹੜੇ ਵਿਆਕਰਨ ਦੀ ਆਪਣੀ ਸਟੱਡੀ ਹੈਗੀ ਆ ਉਹ ਸੰਸਕ੍ਰਿਤ ਦੇ ਜਾਮੀਏ ਤੋਂ ਕੀਤੀ ਹੈ। ਸੰਸਕ੍ਰਿਤ ਦੇ ਜਾਮੀਏ ਤੋਂ ਇਹਨਾਂ ਨੇ ਆਪਣੇ ਵਿਆਕਰਨ ਦੀ ਸਟੱਡੀ, ਪੰਜਾਬੀ ਵਿਆਕਰਨ ਦੀ ਜਿਹੜੀ ਸਟੱਡੀ ਕੀਤੀ ਹੈ। ਉਦਾਹਰਨ ਵਜੋਂ ਜੇਕਰ ਲਕਾਰ ਵਿਧਾਨ ਹੈ ਪੰਜਾਬੀ ਦਾ, ਉਸ ਤੋਂ ਬਾਅਦ ਦੇ ਵਿੱਚ ਪੰਜਾਬੀ ਦਾ ਸਮਾਸ ਵਿਧਾਨ ਹੈ, ਉਸ ਤੋਂ ਬਿਨਾਂ ਪੰਜਾਬੀ ਦਾ ਜਿਹੜਾ ਕਾਰਕ ਸੰਬੰਧ ਹੈਗੇ ਨੇ, ਸੋ ਸਾਰਿਆਂ ਦਾ ਜਿਹੜਾ ਅਧਿਐਨ ਹੈਗਾ ਬਿਹਾਰੀ ਲਾਲ ਪੁਰੀ ਨੇ ਉਹ ਸੰਸਕ੍ਰਿਤ ਦੇ ਜਿਹੜਾ ਹੈਗਾ ਉਹਦੇ ਐਂਗਲ ਤੋਂ ਕੀਤਾ ਹੈਗਾ ਉਹਨਾਂ ਨੇ ਆਪਣਾ ਅਧਿਐਨ। ਤੋਂ ਉਸ ਤੋਂ ਬਾਅਦ ਵਿੱਚ ਕਰਮ ਸਿੰਘ ਗੰਗਾਵਾਲਾ ਹੈ। ਤੋ ਇਹਨਾਂ ਦੇ ਜਿਹੜਾ ਮੁੱਢਲਾ ਯਤਨ ਹੈ ਬੜਾ ਵਧੀਆ, ਇਹਨਾਂ ਨੇ ਦੋ ਭਾਗਾਂ ਦੇ ਵਿੱਚ ਪੰਜਾਬੀ ਦਾ ਵਿਆਕਰਨ ਲਿਖਿਆ ਸੀਗਾ। ਤੋ 1930 ਦੇ ਵਿੱਚ ਪਬਲਿਸ਼ ਹੋਇਆ ਸੀ ਇਹਨਾਂ ਦਾ ਵਿਆਕਰਨ। ਔਰ ਬੜਾ ਜਿਹੜਾ ਇਹਨਾਂ ਦਾ ਪੁਖਤਾ ਸਟੱਡੀ ਕੀਤੀ ਹੈ। ਕਾਰਕ ਇਹ ਵੀ 8 ਹੀ ਮੰਨਦੇ ਨੇ ਪੰਜਾਬੀ ਦੇ। ਤੋ ਪੰਜਾਬੀ ਵਿਆਕਰਨ ਦੇ ਉੱਪਰ ਬੜੀ ਪੁਖਤਾ ਇਹਨਾਂ ਦੀ ਸਟੱਡੀ ਹੈਗੀ ਹੈ, ਜਾਣੀ ਮੁੱਢਲਾ ਆਰੰਭ ਸੀ, ਆਰੰਭਲੇ ਤੌਰ ਦੇ ਉੱਪਰ, ਕਿਉਂਕਿ ਨਵਾਂ ਕੁਝ ਪੇਸ਼ ਕਰਨਾ, ਨਵਾਂ ਇੱਕ ਸਿਧਾਂਤ ਪੇਸ਼ ਕਰਨੇ, ਨਵਾਂ ਵਿਆਕਰਨ ਲਿਖਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚੁਣੌਤੀ ਹੈਗੀ ਕਿਸੇ ਲੇਖਕ ਦੇ ਸਾਹਮਣੇ। ਸੋ ਇਹਨਾਂ ਦਾ ਪ੍ਰਥਮ ਯਤਨ ਸੀ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਹੈਗਾ ਆਪਣਾ ਇਹਦੇ ਦੋ ਭਾਗ ਨਹੀਂ, ਸੌਰੀ ਬਈ, ਇਹ ਇੱਕ ਪੰਜਾਬੀ ਵਿਆਕਰਨ ਹੈ। ਮਾਸਟਰ ਰਾਮ ਸਿੰਘ ਦੇ ਜਿਹੜੇ ਹੈਗੇ ਨੇ ਉਹਦੇ ਦੋ ਭਾਗ ਨੇ। ਮਾਸਟਰ ਰਾਮ ਸਿੰਘ, ਇਹਨਾਂ ਦੇ ਜਿਹੜੇ ਦੋ ਭਾਗ ਨੇ ਪੰਜਾਬੀ ਵਿਆਕਰਨ ਦੇ। ਪੰਜਾਬੀ ਵਿਆਕਰਨ ਇਹਨਾਂ ਦੇ ਦੋ ਭਾਗ ਨੇ, ਪ੍ਰਥਮ ਭਾਗ ਤੇ ਦਵਿਤੀਆ ਭਾਗ, ਦੂਜਾ ਭਾਗ। ਸੋ ਇਹ ਮੁੱਢਲੇ ਵਿਆਕਰਨ ਨੇ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਪੰਜਾਬੀ ਦਾ ਜਿਹੜਾ ਵਿਆਕਰਨ ਹੈ ਉਹ ਦੁਨੀ ਚੰਦਰ ਨੇ ਵੀ ਲਿਖਿਆ, ਜੋ ਬੜਾ ਹੀ ਸਿਧਾਂਤਕ ਪਰਖ ਤੇ ਲਿਖਿਆ ਗਿਆ ਹੈਗਾ। 1961-62 ਦੇ ਵਿੱਚ ਦੁਨੀ ਚੰਦਰ ਪੰਜਾਬੀ ਦਾ ਜਿਹੜਾ ਹੈਗਾ ਵਿਆਕਰਨ ਲਿਖਦਾ ਹੈ। ਦੁਨੀ ਚੰਦਰ ਦੁਨੀ ਚੰਦਰ ਨੇ ਵੀ ਸੰਸਕ੍ਰਿਤ ਦੀ ਪੁੱਠ ਲਾ ਕੇ ਜਿਹੜੀ ਪੰਜਾਬੀ ਦੀ ਸਟੱਡੀ ਕੀਤੀ ਹੈਗੀ ਹੈ। ਬੜਾ ਹੀ ਉਹਨੇ ਜਿਹੜਾ ਅਧਿਐਨ, ਡੀਪਲੀ ਅਧਿਐਨ ਕੀਤਾ ਹੈਗਾ ਪੰਜਾਬੀ ਭਾਸ਼ਾ ਦਾ। ਇਹ ਪਹਿਲੇ ਵਿਦਵਾਨ ਨੇ, ਇਹ ਬੰਦੇ ਪਹਿਲੇ ਵਿਆਕਰਨਕਾਰ ਨੇ ਜਿਨ੍ਹਾਂ ਨੇ ਬੜਾ ਹੀ ਸਿਧਾਂਤਕ ਤੌਰ ਤੇ ਭਾਸ਼ਾ ਦੇ ਨਿਯਮਾਂ ਨੂੰ ਸਮਝਣ ਦਾ ਯਤਨ ਕੀਤਾ ਹੈਗਾ।
ਉਸ ਤੋਂ ਬਾਅਦ ਦੇ ਵਿੱਚ ਹੋਰ ਪੰਜਾਬੀ ਦੇ ਵਿਆਕਰਨਕਾਰਾਂ ਨੇ ਵੀ ਜਿਹੜੇ ਬੜੇ ਵਧੀਆ ਵਿਆਕਰਨ ਲਿਖੇ ਨੇ, ਜਿਨ੍ਹਾਂ ਦੇ ਵਿੱਚ ਆ ਜਾਂਦੇ ਨੇ ਡਾਕਟਰ ਹਰਕੀਰਤ ਸਿੰਘ ਤੇ ਗਿਆਨੀ ਲਾਲ ਸਿੰਘ। ਇਹ ਇਕੱਠੀ ਇੱਕ ਕਿਤਾਬ ਇਹਨਾਂ ਨੇ ਰੂਪਾਂਤਰੀ ਵਿਆਕਰਨ ਜਿਹੜੀ ਸੀ ਉਹ ਲਿਖੀ ਸੀਗੀ, ਕੀਰਤ ਸਿੰਘ ਤੇ ਗਿਆਨੀ ਲਾਲ ਸਿੰਘ। ਬਲਦੇਵ ਸਿੰਘ ਚੀਮਾ ਤੇ ਹੋਰ, ਇਹਨਾਂ ਤਿੰਨਾਂ ਭਾਗਾਂ ਦੇ ਵਿੱਚ ਜਿਹੜਾ ਸੀਗਾ ਪੰਜਾਬੀ ਵਿਆਕਰਨ ਲਿਖਿਆ ਸੀ, ਤਿੰਨ ਭਾਗਾਂ ਵਿੱਚ, ਜਿਹੜਾ ਕਿ ਭਾਸ਼ਾ ਪੰਜਾਬੀ ਅਕਾਦਮੀ ਜਲੰਧਰ ਨੇ ਜਿਹਨੂੰ ਪਬਲਿਸ਼ ਕੀਤਾ, ਛਾਪਿਆ ਹੈਗਾ, 3 ਵੋਲੀਅਮ ਨੇ ਇਹਨਾਂ ਦੇ, ਉਹਦੇ ਵਿੱਚ ਇਹਨਾਂ ਨੇ ਵਿਆਕਰਨ ਲਿਖਿਆ ਸੀਗਾ। ਡਾਕਟਰ ਵੇਦ ਅਗਨੀਹੋਤਰੀ, ਡਾਕਟਰ ਸੰਘਾ ਇਹਨਾਂ ਦੇ ਨਾਲ ਨੇ ਹੈਗੇ ਨੇ ਜਿਹੜੇ ਇੱਥੇ, ਇਹਨਾਂ ਬਲਦੇਵ ਸਿੰਘ ਚੀਮਾ ਨੇ ਵਿਆਕਰਨ ਲਿਖਿਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਬੂਟਾ ਸਿੰਘ ਬਰਾੜ ਤੋਂ ਇਹਨਾਂ ਦਾ ਜਿਹੜਾ ਵਿਆਕਰਨ, ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ, ਇਹ ਇਹਨਾਂ ਦਾ ਵਿਆਕਰਨ ਹੈ, ਜਿਹਦੇ ਵਿੱਚ ਇਹਨਾਂ ਨੇ ਬੜੀ ਹੀ ਜਿਹੜੀ ਟੈਕਨੀਕਲ ਸਟੱਡੀ ਕੀਤੀ ਹੈ। ਪੱਛਮ ਦੇ ਜਾਵੀਏ ਤੋਂ ਇਹਨਾਂ ਨੇ ਪੰਜਾਬੀ ਵਿਆਕਰਨ ਦੀ ਸਟੱਡੀ ਕੀਤੀ ਹੈਗੀ ਹੈ। ਇਹਨਾਂ ਦਾ ਅਧਿਐਨ ਜਿਹੜਾ ਖਾਸ ਕਰਕੇ ਸਿੰਟੈਕਸ ਦੇ ਉੱਪਰ ਬੜਾ ਦੀਰਘ ਸੂਤਰੀ ਅਧਿਐਨ ਹੈਗਾ ਵਾ। ਉਸ ਤੋਂ ਬਾਅਦ ਦੇ ਵਿੱਚ ਫਰੇਜ਼ ਦੇ ਉੱਪਰ, ਵਰਬ ਦੇ ਉੱਪਰ ਜਿਹੜਾ ਬੜਾ ਡੀਪਲੀ ਇਹਨਾਂ ਦੀ ਸਟੱਡੀ ਕੀਤੀ ਹੋਈ ਹੈ ਆਪਣੇ ਵਿਆਕਰਨ ਦੇ ਵਿੱਚ। ਸੋ ਇਹ ਸੀਗੇ ਜਿਹੜੇ ਪੰਜਾਬੀ ਦੇ ਵਿਆਕਰਨ, ਕੁਝ ਮੋਟੇ ਪੰਜਾਬੀ ਦੇ ਵਿਆਕਰਨ ਸੀਗੇ, ਮੁੱਢਲੇ ਤੌਰ ਤੇ ਵਿਆਕਰਨ ਲਿਖੇ ਗਏ ਸੀਗੇ ਪੰਜਾਬੀ ਦੇ। ਤੋ ਇਹ ਮੁੱਢਲੇ ਤੌਰ ਤੇ ਸੀ। ਉਸ ਤੋਂ ਬਾਅਦ ਦੇ ਵਿੱਚ ਲਿਖੇ ਗਏ ਸੀਗੇ ਜਿਹੜੇ, ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਜਿਹੜਾ ਸੀ ਉਹਦੇ ਵਿਆਕਰਨਕ ਤੱਥਾਂ ਦਾ ਅਧਿਐਨ ਕੀਤਾ ਗਿਆ ਸੀਗਾ, ਇਹ ਵਿਆਕਰਨ ਸੀਗੇ। ਇਸ ਤੋਂ ਬਿਨਾਂ 3 ਕੁ ਵਿਆਕਰਨ ਜਿਹੜੇ ਹੈਗੇ ਨੇ ਉਹ ਗੁਰਬਾਣੀ ਦੇ ਵਿਆਕਰਨ ਵੀ ਲਿਖੇ ਗਏ ਸੀ। ਗੁਰਬਾਣੀ ਦੀ ਭਾਸ਼ਾ, ਡਾਕਟਰ ਹਰਕੀਰਤ ਸਿੰਘ ਸਪਸ਼ਟ ਰੂਪ ਦੇ ਵਿੱਚ ਆਪਣੇ ਵਿਆਕਰਨ ਦੇ ਮੁੱਢ ਦੇ ਵਿੱਚ ਇਹ ਗੱਲ ਨੂੰ ਮੰਨਦੇ ਨੇ ਕਿ ਗੁਰਬਾਣੀ ਦੀ ਭਾਸ਼ਾ ਦਾ ਵਿਆਕਰਨ ਲਿਖਣਾ ਆਪਣੇ ਆਪ ਦੇ ਵਿੱਚ ਅਤੀ ਕਲਿਸ਼ਟ ਕਾਰਜ ਹੈ, ਬੜਾ ਕੰਪਲੈਕਸ ਕੰਮ ਹੈਗਾ ਵਾ ਗੁਰਬਾਣੀ ਦੀ ਭਾਸ਼ਾ ਦਾ ਵਿਆਕਰਨ ਲਿਖਣਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਦੇ ਵਿੱਚ ਕੋਈ ਇੱਕ ਭਾਸ਼ਾ ਦੀ ਵਰਤੋਂ ਨਹੀਂ ਹੋਈ। ਗੁਰਬਾਣੀ ਕੋਈ ਇੱਕ ਭਾਸ਼ਾ ਦੇ ਵਿੱਚ ਨਹੀਂ ਹੈ, ਉਹ ਬ੍ਰਿਜ ਭਾਸ਼ਾ ਵੀ ਹੈ, ਉਹ ਸੰਸਕ੍ਰਿਤੀ ਵੀ ਹੈ, ਉਹ ਸੰਸਕ੍ਰਿਤ ਵੀ ਹੈ, ਉਹ ਗਾਥਾ ਵੀ ਹੈ, ਉਹ ਸੰਦੂਕੜੀ ਵੀ ਹੈ, ਉਹ ਮਰਾਠੀ ਵੀ ਹੈ, ਉਹਦੇ ਵਿੱਚ ਅਰਬੀ ਫਾਰਸੀ ਦੇ ਵੀ ਵਰਡ ਹੈਗੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਵੱਡਾ ਔਰ ਬੜਾ ਹੀ ਜੋਖਮ ਭਰਿਆ ਕਾਰਜ ਸੀ। ਤੋ ਇਹਦਾ ਜਿਹੜਾ ਪੰਜਾਬੀ ਦੇ ਵਿੱਚ ਹੁਣ ਤੱਕ ਗੁਰਬਾਣੀ ਦੀ ਭਾਸ਼ਾ ਦੇ ਜਿਹੜੇ ਵਿਆਕਰਨ ਹੈਗੇ ਨੇ ਉਹ ਹੁਣ ਤੱਕ ਜਿਹੜੇ ਮਿਲਦੇ ਨੇ ਉਹ ਹੈਗਾ ਪ੍ਰੋਫੈਸਰ ਸਾਹਿਬ ਸਿੰਘ, ਡਾਕਟਰ ਹਰਕੀਰਤ, ਭਾਈ ਜੋਗਿੰਦਰ ਸਿੰਘ ਤਲਵਾੜਾ, ਤੇ ਡਾਕਟਰ ਹਰਕੀਰਤ ਸਿੰਘ। ਇਹ ਜਿਹੜੇ ਤਿੰਨੋਂ ਵਿਆਕਰਨ ਨੇ ਇਹ ਗੁਰਬਾਣੀ ਦੀ ਭਾਸ਼ਾ ਦੇ ਵਿਆਕਰਨ ਨੇ। ਗੁਰਬਾਣੀ ਦੇ ਵਿਆਕਰਨ ਕਹਿ ਲਓ ਜਾਂ ਗੁਰਬਾਣੀ ਦੀ ਭਾਸ਼ਾ ਦੇ ਵਿਆਕਰਨ ਕਹਿ ਲਓ। ਇਹਨਾਂ ਦਾ ਸੰਬੰਧ ਜਿਹੜਾ ਹੈਗਾ ਉਹ ਗੁਰਬਾਣੀ ਦੀ ਭਾਸ਼ਾ ਨਾਲ ਹੈਗਾ। ਸੋ ਇਹ ਸੀ ਸਾਡੀ ਪੰਜਾਬੀ ਦੀ ਵਿਆਕਰਨ ਪਰੰਪਰਾ, ਜੋ ਸਨਾਤਨੀ ਵਿਆਕਰਨ ਪਰੰਪਰਾ ਤੋਂ ਕਈ ਸਦੀਆਂ ਬਾਅਦ ਦੇ ਵਿੱਚ ਜਿਹੜੀ ਸੀਗੀ ਹੋਂਦ ਵਿੱਚ ਆਈ। ਤੋ ਅਜੋਕੇ ਸਮੇਂ ਦੇ ਵਿੱਚ ਵੀ ਜੋ ਕਾਰਜਸ਼ੀਲ ਹੈ, ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਤੋ ਇਹ ਸਾਡੀ ਭਾਰਤੀ ਸਨਾਤਨੀ ਵਿਆਕਰਨ ਪਰੰਪਰਾ ਦੇ ਉੱਪਰ ਇੱਕ ਛੋਟੀ ਜਿਹੀ ਮੁਖਤਸਰ ਰੂਪ ਦੇ ਵਿੱਚ ਝਾਤ ਸੀਗੀ ਕਿ ਵਿਆਕਰਨ ਕੀ ਹੈ, ਵਿਆਕਰਨ ਕਿੱਥੋਂ ਆਇਆ ਹੈ, ਵਿਆਕਰਨ ਦਾ ਸੰਬੰਧ ਕੀ ਹੈਗਾ, ਭਾਸ਼ਾ ਤੇ ਵਿਆਕਰਨ ਦਾ ਅੰਤਰ ਸੰਬੰਧ ਕੀ ਹੈਗਾ। ਕਿਉਂਕਿ ਭਾਸ਼ਾ ਦੇ ਜੇ ਨਿਯਮਾਂ ਨੂੰ, ਭਾਸ਼ਾ ਨੂੰ ਸ਼ੁੱਧ, ਕਿਉਂਕਿ ਭਾਸ਼ਾ ਦਾ ਸੰਬੰਧ ਸ਼ੁੱਧਤਾ ਨਾਲ ਹੈ। ਵੈਸੇ ਤੇ ਭਾਸ਼ਾ ਸ਼ੁੱਧ ਜਾਂ ਸ਼ੁੱਧ ਹੁੰਦੀ ਨਹੀਂ, ਪਰ ਉਚਾਰਨ ਲੱਗਿਆਂ ਜਿਹੜੀ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਵਿੱਚ ਵਿਗਾੜ ਜ਼ਰੂਰ ਆ ਜਾਂਦਾ ਹੈਗਾ। ਖਾਸ ਕਰਕੇ ਜਦੋਂ ਅਸੀਂ ਕਿਸੇ ਸਾਹਿਤਕ ਚੀਜ਼ ਨੂੰ, ਵਿਧਾ ਨੂੰ ਪੜ੍ਹਦੇ ਹਾਂ, ਕਿਸੇ ਸਾਹਿਤਕ ਕ੍ਰਿਤ ਨੂੰ ਪੜ੍ਹਦੇ ਹੈਗੇ ਹਾਂ,
तो उस समय ਜਾਂ ਅਸੀਂ ਬੋਲ ਚਾਲ ਦੇ ਸਮੇਂ ਕਈ ਵਾਰ ਸਾਡੇ ਕੋਲੋਂ ਤਰੁੱਟੀਆਂ ਰਹਿ ਜਾਂਦੀਆਂ ਨੇ, ਤੇ ਉਹਨਾਂ ਤਰੁੱਟੀਆਂ ਦਾ ਅਧਿਐਨ ਜਿਹੜਾ ਹੈਗਾ ਵਾ ਉਹ ਵਿਆਕਰਨ ਦੁਆਰਾ ਕੀਤਾ ਜਾਂਦਾ ਹੈ। ਹਾਲਾਂਕਿ ਮੈਨੂੰ ਕਈ ਵਾਰ ਲੱਗਦਾ ਹੁੰਦਾ ਹੈਗਾ ਕਿ ਅਸੀਂ ਉਸ ਜਿਹੜਾ ਸੀਗਾ ਸਿਧਾਂਤਕ ਤੌਰ ਤੇ ਤਾਂ ਬੇਸ਼ੱਕ ਭਾਵੇਂ ਥੋੜ੍ਹੇ ਬਹੁਤੇ ਵਿਹੂਣੇ ਹੋਈਏ, ਪਰ ਵਿਹਾਰਕ ਪੱਧਰ ਤੇ ਅਸੀਂ ਤਕਰੀਬਨ ਤੋਂ ਤਕਰੀਬਨ ਵਿਆਕਰਨ ਦੇ ਨਿਯਮਾਂ ਨੂੰ ਫੋਲੋ ਜ਼ਰੂਰ ਕਰਦੇ ਹਾਂ। ਵਿਆਕਰਨ ਦੇ ਨਿਯਮਾਂ ਦੇ ਵਿੱਚ ਹੀ ਜਿਹੜਾ ਅਸੀਂ ਉਹ ਆਪਣਾ ਅਧਿਐਨ ਕਰਦੇ ਹਾਂ, ਬੋਲਦੇ ਹਾਂ, ਸਮਝਦੇ ਹਾਂ, ਕਿਉਂਕਿ ਜਿੱਥੇ ਅਰਥ ਪ੍ਰਾਪਤ ਕਰਨ ਦਾ ਜਦੋਂ ਟਾਈਮ ਆਉਂਦਾ ਹੈਗਾ, ਜਦੋਂ ਅਰਥ ਜਿੱਥੇ ਪ੍ਰਾਪਤ ਕੀਤੇ ਜਾਂਦੇ ਤੇ ਉਹਦਾ ਵਿਆਕਰਨ ਦਾ ਹੋਣਾ ਬੜਾ ਜ਼ਰੂਰੀ ਹੈ। ਜੇਕਰ ਵਿਆਕਰਨ ਦੀ ਪਰਖ ਦੇ ਉੱਪਰ ਹੀ ਭਾਸ਼ਾ ਨਾ ਬੋਲੀ ਜਾਵੇ ਤੇ ਅਰਥ ਉਹਦੇ ਕੀ ਪ੍ਰਾਪਤ ਹੋਣਗੇ? ਫਿਰ ਉਹਦੇ ਅਰਥ ਵੀ ਕੋਈ ਪ੍ਰਾਪਤ ਨਹੀਂ ਹੋਣਗੇ, ਫਿਰ ਅਰਥਾਂ ਦਾ ਅਨਰਥ ਮਾਰਿਆ ਜਾਊਗਾ। ਤੋ ਵਿਆਕਰਨ ਵਿਹੂਣੀ ਬੋਲੀ ਆ ਜਿਹੜੀ, ਉਹ ਖਾਸ ਕਰਕੇ ਮੰਨ ਕੇ ਚੱਲੋ ਕਿ ਉਹ ਬੰਦੇ ਬੋਲਦੇ ਨੇ ਜਿਹੜੇ ਜਿਵੇਂ ਕਿ ਜੋ ਪੰਜਾਬ ਦੇ ਵਿੱਚ ਕਹਿ ਲਓ ਤੁਸੀਂ ਕਿ ਬਾਹਰਲੀਆਂ ਸਟੇਟਾਂ ਤੋਂ ਕੋਈ ਆ ਕੇ ਵਸ ਜਾਵੇ ਜਾਂ ਪ੍ਰਵਾਸੀ ਮਜ਼ਦੂਰ ਆਉਂਦੇ ਨੇ, ਤਾਂ ਉਹ ਵਿਆਕਰਨਕ ਵਿਹੂਣੀ ਬੋਲੀ ਬੋਲਦੇ ਨੇ। ਤੋ ਜਿਵੇਂ ਕਿ ਸਰਦਾਰ ਜੀ ਮੈਂ ਆਉਂਦੀ, ਸਰਦਾਰ ਜੀ ਮੈਂ ਚੌਲ ਨਹੀਂ ਖਾਂਦੀ, ਤੋ ਇਹੋ ਜਿਹੀ ਬੋਲੀ ਉਹ ਬੋਲਦੇ ਨੇ। ਤੋ ਜੋ ਰਲਗੱਡ ਹੁੰਦੀ ਹੈ ਪੰਜਾਬੀ ਹਿੰਦੀ ਦਾ ਮਿਕਸਚਰ ਹੁੰਦਾ ਹੈਗਾ ਵਾ। ਤੋ ਅਦਰਵਾਈਜ਼ ਜੋ ਬੰਦੇ ਕਿਸੇ ਖਾਸ ਭੂਗੋਲਿਕ ਖਿੱਤੇ ਨਾਲ ਸੰਬੰਧ ਰੱਖਦੇ ਨੇ, ਉਹ ਉੱਥੋਂ ਦੇ ਵਸਨੀਕ ਨੇ ਸਮਾਜ ਦੇ, ਉੱਥੋਂ ਦੀ ਭਾਸ਼ਾ ਦੇ ਕਲਿਸ਼ਟ ਤੋਂ ਕਲਿਸ਼ਟ ਪੈਟਰਨ ਦੇ ਉੱਪਰ ਵੀ ਉਹਨਾਂ ਦੀ ਮੁਹਾਰਤ ਹੁੰਦੀ ਹੈਗੀ ਹੈ। ਸੋ ਉਹ ਵਿਆਕਰਨ ਦੇ ਛੇਤੀ ਦੇ ਕੇ ਨਿਯਮਾਂ ਤੋਂ ਬਾਹਰ ਨਹੀਂ ਜਾਂਦੇ। ਹਾਂ, ਹਾਲਾਂਕਿ ਥਿਊਰੀ ਉਹਨਾਂ ਨੂੰ ਪਤਾ ਹੋਵੇ ਭਾਵੇਂ ਪਤਾ ਨਾ ਹੋਵੇ। ਸੋ ਇਹ ਸੀ ਸਾਡੀ ਭਾਰਤੀ ਵਿਆਕਰਨਿਕ ਪਰੰਪਰਾ ਤੇ ਵਿਆਕਰਨ ਦੀ ਜਿਹੜੀ ਜ਼ਰੂਰਤ ਕਿਉਂ ਹੈ। ਤੋ ਹੁਣ ਅਸੀਂ ਜਿਹੜਾ ਹੈਗਾ ਸਾਡਾ ਦੂਜਾ ਟੌਪਿਕ ਇੱਥੇ ਇਹ ਜਿਹੜਾ ਖਤਮ ਹੈ, ਔਰ ਦੂਜਾ ਜਿਹੜਾ ਸਾਡਾ ਟੌਪਿਕ ਹੈਗਾ ਵਾ ਉਹ ਭਾਸ਼ਾ ਹੈ ਕਿ ਭਾਸ਼ਾ ਕੀ ਹੈ, ਭਾਸ਼ਾ ਕਿਸ ਬਲਾ ਦਾ ਨਾਂ ਹੈ, ਭਾਸ਼ਾ ਕਿਸ ਪ੍ਰਪੰਚ ਦਾ ਨਾਂ ਹੈ। ਤੋ ਅਸੀਂ ਹੁਣ ਥੋੜ੍ਹਾ ਜਿਹਾ ਭਾਸ਼ਾ ਬਾਰੇ ਵੀ ਜਿਹੜਾ ਹੈਗਾ ਉਹ ਚਰਚਾ ਕਰਾਂਗੇ। ਭਾਸ਼ਾ ਤੇ ਬੋਲੀ ਦਾ ਜਿਹੜਾ ਹੈਗਾ ਹੈ ਉਹ ਚੋਲੀ ਦਾਮਨ ਦਾ ਸਾਥ ਹੈ। ਭਾਸ਼ਾ ਤੇ ਬੋਲੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਨਾ ਤੇ ਇਹਨਾਂ ਨੂੰ ਇਕੱਠਿਆਂ ਹੀ ਕੀਤਾ ਜਾ ਸਕਦਾ ਹੈ ਔਰ ਨਾ ਇਹਨਾਂ ਨੂੰ ਅਲੱਗ ਕੀਤਾ ਜਾ ਸਕਦਾ, ਇਹਨਾਂ ਨੂੰ ਨਖੇੜਿਆ ਵੀ ਨਹੀਂ ਜਾ ਸਕਦਾ। ਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਬੋਲੀ ਜਿਹੜੀ ਹੈਗੀ ਹੈ, ਬੋਲੀ ਕੀ ਹੈ, ਬੋਲੀ ਦਾ ਸੰਬੰਧ ਕਿਸ ਚੀਜ਼ ਨਾਲ ਹੈ। ਜੇ ਬੋਲੀ ਹੈ, ਡਾਕਟਰ ਬੂਟਾ ਸਿੰਘ ਬਰਾੜ ਅਕਸਰ ਇਹ ਗੱਲ ਕਹਿੰਦੇ ਨੇ ਕਿ ਜੇ ਬੋਲੀ ਹੈ ਤੇ ਜਿੰਦ ਜਿਹੜਾ ਸਾਡਾ ਜਿੰਦ ਜਹਾਨ ਹੈ, ਜੇ ਬੋਲੀ ਨਹੀਂ ਤੇ ਕੁਛ ਵੀ ਨਹੀਂ। ਹਰੇਕ ਚੀਜ਼ ਦੀ ਬੋਲੀ ਹੈ, ਪਸ਼ੂਆਂ ਦੀ ਹੈ, ਦਰਖਤਾਂ ਦੀ ਹੈ, ਹਵਾਵਾਂ ਦੀ ਹੈ, ਬੱਦਲਾਂ ਦੀ ਹੈ, ਪਰ ਉਸ ਚੀਜ਼ ਨੂੰ ਅਸੀਂ ਪਹਿਲੇ ਅਰਥਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਹੈਗਾ ਵਾ ਉਹਨੂੰ ਸਮਝ ਨਹੀਂ ਸਕਦੇ। ਸਭ ਤੋਂ ਵੱਡੀ ਵਿਡੰਬਨਾ ਇੱਥੇ ਆ ਜਾਂਦੀ ਹੈ। ਬੱਦਲਵਾਈ ਹੁੰਦੀ ਹੈ, ਹਵਾ ਚੱਲਣ ਲੱਗਦੀ ਹੈ, ਉਹ ਇਹ ਸੰਕੇਤ ਦਿੰਦੀ ਹੈ ਕਿ ਹੁਣ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਬਾਰਿਸ਼ ਜ਼ਰੂਰ ਆਊਗੀ, ਇਹ ਉਹਦੀ ਬੋਲੀ ਹੈ। ਪਸ਼ੂ ਨੇ, ਜਦੋਂ ਪਸ਼ੂ ਉਦਾਹਰਨ ਵਜੋਂ ਇੱਕ ਅਸੀਂ ਕੁੱਤੇ ਦੀ ਗੱਲ ਕਰੀਏ ਤਾਂ ਪਸ਼ੂ ਜਿਹੜਾ ਹੈਗਾ ਹੈ, ਜਦੋਂ ਉਹ ਪਿਆਰ ਦੇ ਨਾਲ ਅਸੀਂ ਸਾਡੇ ਨਾਲ ਪਿਆਰ ਜਤਾ ਰਿਹਾ ਹੁੰਦਾ ਹੈ ਤਾਂ ਉਹ ਉਸ ਸਮੇਂ ਉਹਦੀਆਂ ਹਰਕਤਾਂ ਹੋਰ ਹੁੰਦੀਆਂ ਨੇ, ਉਹਦਾ ਜਿਹੜਾ ਚੂਕਣਾ ਹੋਰ ਕਿਸਮ ਦਾ ਹੁੰਦਾ ਹੈ। ਤਾਂ ਜਦੋਂ ਉਹਦੇ ਕੋਈ ਸੱਟ ਲੱਗਦੀ ਹੈ, ਦਰਦ ਹੁੰਦਾ, ਉਸ ਸਮੇਂ ਉਹਦਾ ਚੂਕਣਾ ਜਿਹੜਾ ਹੈ ਉਹ ਹੋਰ ਪ੍ਰਕਾਰ ਦਾ ਹੁੰਦਾ। ਤਾਂ ਐਵੇਂ ਬੋਲੀ ਦੇ ਵਿੱਚ ਜਿਹੜਾ ਹੈਗਾ ਜਾਨਵਰਾਂ ਦੀ ਵੀ ਇੱਕ ਬੋਲੀ ਹੈ। ਤੋ ਬੋਲੀ ਨਾਲ ਹੀ ਜਿਹੜਾ ਸਾਰਾ ਪ੍ਰਪੰਚ ਬੰਨਿਆ ਹੋਇਆ, ਸਿਸਟਮ ਚੱਲਦਾ ਹੋਇਆ। ਪਰ ਭਾਸ਼ਾ ਵਿਗਿਆਨ, ਜਦੋਂ ਭਾਸ਼ਾ ਵਿਗਿਆਨਕ ਅਧਿਐਨ ਦੀ ਗੱਲ ਆਉਂਦੀ ਹੈ ਤਾਂ ਫਿਰ ਇੰਨੀ ਚੀਜ਼ ਦੇ ਨਾਲ ਗੱਲ ਨਹੀਂ ਸਰਦੀ ਹੈਗੀ ਕਿ ਬੋਲੀ ਜੀ ਆ ਹੈ ਤੇ ਇਹਦੇ ਨਾਲ ਬਸ ਕੰਮ ਸਿਮਟ ਜਾਂਦਾ, ਨਹੀਂ। ਤੋ ਜਦੋਂ ਭਾਸ਼ਾ ਵਿਗਿਆਨਕ ਪੱਧਰ ਤੇ ਸਟੱਡੀ ਕੀਤੀ ਜਾਂਦੀ ਹੈ ਬੋਲੀ ਜਾਂ ਭਾਸ਼ਾ ਦੀ, ਸਭ ਤੋਂ ਪਹਿਲਾਂ ਤੇ ਇਹ ਦੇਖਿਆ ਜਾਂਦਾ ਹੈਗਾ ਕਿ
ਬੋਲੀ ਤੇ ਭਾਸ਼ਾ ਜਿਹੜੀ ਹੈਗੀ ਆ ਇਹ ਪਰਿਆਏ ਸ਼ਬਦ ਨੇ, ਇਹ ਪਰਿਆਏ ਸ਼ਬਦ ਨੇ ਔਰ ਸਮਾਨ ਅਰਥਕ ਇਹ ਸ਼ਬਦ ਨੇ ਬੋਲੀ ਤੇ ਭਾਸ਼ਾ। ਤੋ ਭਾਸ਼ਾ ਨੂੰ ਜਿਹੜਾ ਹੈਗਾ, ਭਾਸ਼ਾ ਦੀ ਨਿਰੁਕਤੀ ਜਿਹੜੀ ਸੰਸਕ੍ਰਿਤ ਧਾਤੂ ਭਾਸ਼ ਤੋਂ ਹੋਈ ਹੈ, ਜਿਸ ਦਾ ਅਰਥ ਹੈ ਬੋਲਣਾ। ਤੋ ਬੋਲੀ ਦੀ ਜਿਹੜੀ ਨਿਰੁਕਤੀ ਹੈਗੀ ਆ ਉਹ ਵੀ ਜਿਹੜੀ ਹੈ ਬੋਲ ਭਾਸ਼ ਤੋਂ ਹੋਈ ਹੈ, ਉਹਦਾ ਅਰਥ ਵੀ ਬੋਲਣਾ ਹੁੰਦਾ ਹੈ। ਅਰਬੀ ਦੇ ਵਿੱਚ ਬੋਲੀ ਨੂੰ ਜਾਂ ਭਾਸ਼ਾ ਨੂੰ ਲਿਸਾਨ ਕਹਿੰਦੇ ਨੇ, ਲਿਸਾਨ, ਔਰ ਫਾਰਸੀ ਦੇ ਵਿੱਚ ਜ਼ੁਬਾਨ ਆਖਿਆ ਜਾਂਦਾ ਹੈ। ਔਰ ਦੋਵਾਂ ਦਾ ਸੰਬੰਧ ਹੀ ਸਾਡੀ ਜਿਹੜੀ ਕਰਮ ਇੰਦਰੀ ਜੋ ਸਾਡੀ ਜੀਭ ਹੈ ਉਹਦੇ ਨਾਲ ਹੈ। ਤੋ ਜੋ ਜੀਭ ਦੁਆਰਾ ਉਚਾਰਿਆ ਜਾਂਦਾ ਹੈ। ਤੋ ਲੈਟਿਨ ਸ਼ਬਦ ਲਿੰਗੂਆ ਤੋਂ ਲੈਂਗੁਏਜ ਬਣਿਆ ਹੈ, ਜਿਹਦਾ ਅਰਥ ਹੈ ਜੋ ਜੀਭ ਦੁਆਰਾ ਉਚਾਰਿਆ ਜਾਵੇ, ਜੋ ਬੋਲਿਆ ਜਾਵੇ ਉਹ ਬੋਲੀ ਹੈ। ਤੋ ਸਸਿਊਰ ਦੀ ਜਿਹੜੀ ਧਾਰਨਾ ਹੈ ਲਾਂਗ ਔਰ ਪੈਰੋਲ ਵਾਲੀ, ਉਹ ਇਸ ਦੇ ਉੱਪਰ ਆਧਾਰਿਤ ਹੈ ਕਿ ਜੇਕਰ ਭਾਸ਼ਾ ਸਮੂਹਿਕ ਹੈ ਤੇ ਬੋਲੀ ਉਹਦਾ ਵਿਅਕਤੀਗਤ ਪ੍ਰਗਟਾਵਾ ਹੈ। ਭਾਸ਼ਾ ਸਮੂਹਿਕ ਹੈ ਔਰ ਬੋਲੀ ਉਹਦਾ ਵਿਅਕਤੀਗਤ ਪ੍ਰਗਟਾਵਾ ਹੈ। ਭਾਸ਼ਾ ਲੈਂਗ ਹੈ ਔਰ ਬੋਲੀ ਪੈਰੋਲ ਹੈ। ਸੋ ਭਾਸ਼ਾ ਇੱਕ ਸਮੂਹਿਕ ਹੈ ਔਰ ਬੋਲੀ ਉਹਦਾ ਜਿਹੜਾ ਵਿਅਕਤੀਗਤ ਬੋਲ ਨੇ, ਉਸ ਦਾ ਜਿਹੜਾ ਵਿਅਕਤੀਗਤ ਉਚਾਰਨ ਹੈ ਉਹਨੂੰ ਬੋਲੀ ਆਖਿਆ ਜਾਂਦਾ ਹੈ। ਤੋ ਸੰਸਾਰ ਦੇ ਵਿੱਚ ਕੋਈ ਇਹੋ ਜਿਹਾ ਸਮਾਜ ਨਹੀਂ ਹੈਗਾ ਵਾ ਜਿਨ੍ਹਾਂ ਕੋਲੇ ਆਪਣੇ ਉਚਾਰਨ ਕਰਨ ਵਾਸਤੇ, ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਵਾਸਤੇ, ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਵਾਸਤੇ ਕੋਈ ਭਾਸ਼ਾ ਨਾ ਹੋਵੇ, ਕੋਈ ਉਹਨਾਂ ਕੋਲ ਭਾਸ਼ਾ ਨਾ ਹੋਵੇ। ਹਾਂ, ਇਹ ਜ਼ਰੂਰ ਹੋ ਸਕਦਾ ਹੈਗਾ ਵਾ ਕਿ ਕੋਈ ਸੰਸਾਰ ਇਹੋ ਜਿਹਾ, ਕੋਈ ਸਮਾਜ ਇਹੋ ਜਿਹਾ ਤਾਂ ਸੰਸਾਰ ਦੇ ਉੱਪਰ ਜ਼ਰੂਰ ਹੋ ਸਕਦਾ ਹੈ ਕਿ ਜਿਨ੍ਹਾਂ ਕੋਲੇ ਭਾਸ਼ਾ ਤਾਂ ਹੋਵੇ, ਬੋਲੀ ਤਾਂ ਹੋਵੇ, ਪਰ ਉਹਦਾ ਲਿਖਤ ਰੂਪ ਨਾ ਹੋਵੇ, ਉਹਦੇ ਲਿਪੀ ਚਿੰਨ੍ਹ ਉਹਨਾਂ ਕੋਲੇ ਨਾ ਹੋਣ, ਉਹਨਾਂ ਨੂੰ ਲਿਪੀ ਚਿੰਨ੍ਹਾਂ ਦੇ ਵਿੱਚ ਵਿਅਕਤ ਕਰਨ ਦੀ ਜਿਹੜੀ ਉਹਨਾਂ ਕੋਲੇ ਜਿਹੜੀ ਹੈਗੀ ਆ ਵਿਧਾ ਨਾ ਹੋਵੇ। ਉਦਾਹਰਨ ਵਜੋਂ ਪੰਜਾਬ ਦੇ ਵਿੱਚ ਜਿਵੇਂ ਬੌਰੀਆ ਸਿੱਖ ਸਮੁਦਾਇ ਹੈਗਾ ਵਾ, ਉਹਨਾਂ ਦੀ ਬੋਲੀ ਬੜੀ ਵੱਖਰੀ ਹੈਗੀ ਆ, ਉਹਨਾਂ ਦੀ ਆਪਣੀ ਭਾਸ਼ਾ ਆਪਣੇ ਸਮਾਜ ਦੀ, ਆਪਣੇ ਇੱਕ ਦੂਜੇ ਨਾਲ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਵਾਸਤੇ, ਪਰ ਉਹਦਾ ਕੋਈ ਲਿਖਤ ਰੂਪ ਸਾਡੇ ਤੱਕ ਅੱਜ ਤੱਕ ਨਹੀਂ, ਸਾਨੂੰ ਨਹੀਂ ਪ੍ਰਾਪਤ ਹੁੰਦਾ ਹੈਗਾ ਵਾ, ਉਹਦਾ ਕੋਈ ਲਿਖਤ ਰੂਪ ਨਹੀਂ ਹੈ। ਸੋ ਭਾਸ਼ਾ ਹੀ ਅਜਿਹੀ ਇੱਕ ਸਮਾਜ ਦੀ ਦਾਤ ਹੈਗੀ ਆ ਕਿ ਜਿਹੜੀ ਮਨੁੱਖ ਨੂੰ ਹੈਵਾਨੀ ਖਸਲਤਾਂ ਤੋਂ ਇਨਸਾਨ ਬਣਾਉਂਦੀ ਹੈ, ਭਾਵ ਪਸ਼ੂ ਬਿਰਤੀਆਂ ਤੋਂ ਪ੍ਰੋਪਰ ਪੂਰਾ ਕਾਮਿਲ ਇਨਸਾਨ ਬਣਾਉਂਦੀ ਹੈ, ਅਸ਼ਰਫੁਲ ਮਖਲੂਕਾਤ ਬਣਾਉਂਦੀ ਹੈਗੀ ਹੈ ਜਿਹੜੀ ਭਾਸ਼ਾ ਹੈ। ਤੋ ਹੁਣ ਦੇਖੋ ਕਿ ਪਸ਼ੂ ਤੋਂ ਵੱਖਰਾ ਕਿਵੇਂ ਕਰਦੀ ਹੈ। ਜਿਵੇਂ ਆਪਾਂ ਪਹਿਲਾਂ ਦਾ ਗੱਲ ਕਰ ਚੁੱਕੇ ਹਾਂ ਕਿ ਪਸ਼ੂ ਦੀਆਂ ਵੀ ਭਾਵਨਾਵਾਂ ਹੁੰਦੀਆਂ ਨੇ, ਪਰ ਉਸ ਪੱਧਰ ਦੀ ਉਹਦੇ ਕੋਲੇ ਬੁੱਧੀ ਨਹੀਂ ਹੁੰਦੀ, ਜ਼ੁਬਾਨ ਨਹੀਂ ਹੁੰਦੀ ਕਿ ਉਹਨਾਂ ਨੂੰ ਵਿਅਕਤ ਕਰ ਸਕੇ। ਹਾਲਾਂਕਿ ਪਸ਼ੂ ਨੂੰ ਵੀ ਭੁੱਖ ਲੱਗਦੀ ਹੈ, ਪਸ਼ੂ ਵੀ ਪਾਣੀ ਪੀਂਦਾ ਹੈ, ਪਸ਼ੂ ਵੀ ਪ੍ਰਸਵ ਕਰਦਾ ਹੈਗਾ, ਪਸ਼ੂ ਵੀ ਹੋਰ ਉਹਦੇ ਵਿੱਚ ਜਿਹੜੀਆਂ ਕੁਦਰਤ ਨੇ ਦਾਤਾਂ ਬਖਸ਼ੀਆਂ ਜੋ ਮਨੁੱਖ ਦੇ ਵਿੱਚ ਜੋ ਹੈਗੀਆਂ ਨੇ ਉਹ ਵੀ ਪਸ਼ੂ ਦੇ ਵਿੱਚ ਵੀ ਹੁੰਦੀਆਂ ਨੇ। ਪਰ ਪਸ਼ੂ ਤੋਂ ਮਨੁੱਖ ਨੂੰ ਅੱਡਰਾ ਕੀ ਕਰਦੀ ਹੈ? ਮਨੁੱਖ ਦੀ ਭਾਸ਼ਾ।